ਤਾਂ ਸਾਫ਼ ਕਹਿ ਰਹੇ ਨੇ ਕਿਸਾਨ ਤੇ ਕਿਸਾਨ ਆਗੂ, ਉਹਨਾਂ ਨੂੰ ਰਿਪਰੈਜ਼ੈਂਟ ਜਿਹੜੇ ਆਗੂ ਕਰਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਬਲੌਕ ਕਰਨ ਦੀ ਯਾਨੀ ਕਿ ਆਰਥਿਕ ਨਾਕੇਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਸਭ ਦੇ ਵਿੱਚ ਵਾਲੇ ਇਹ ਵੀ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਕੂਚ ਕਰਾਂਗੇ 26 ਨਵੰਬਰ ਨੂੰ। ਪਹਿਲਾਂ ਹੀ ਪ੍ਰੋਗਰਾਮ ਲਿਖਿਆ ਗਿਆ ਸੀ। ਅਸੀਂ ਚਰਚਾ ਦੀ ਸ਼ੁਰੂਆਤ ਕਰੀਏ, ਪਰ ਉਸ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਸਾਡਾ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ ਤੇ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਦਰਸ਼ਕਾਂ ਨੂੰ ਨਾਲ ਜੋੜੀਏ ਹਰ ਮੁੱਦੇ ਉੱਤੇ। ਅੱਜ ਦੇ ਮੁੱਦੇ ਉੱਤੇ ਵੀ, ਕਿਸਾਨਾਂ ਦੇ ਮੁੱਦੇ ਉੱਤੇ ਇੱਕ ਵਾਰ ਫਿਰ ਤੋਂ ਤੁਸੀਂ SMS ਦੇ ਜ਼ਰੀਏ ਜ਼ਰੂਰ ਸਾਡੇ ਤੱਕ ਆਪਣੀ ਰਾਏ ਪਹੁੰਚਾਓ। ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਹੈ ਕਿ ਦਿੱਲੀ ਦਾ ਘਿਰਾਓ ਕਰਨ ਤੇ ਕਿ ਕੇਂਦਰ ਕਾਨੂੰਨ ਵਾਪਸ ਲੈਣ ਨੂੰ ਮਜਬੂਰ ਹੋਵੇਗਾ। ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦਾ ਘਿਰਾਓ ਜੇਕਰ ਕਰ ਲਿਆ ਗਿਆ, ਜੇਕਰ ਹਰਿਆਣਾ ਜਾਂ ਫਿਰ ਯੂਪੀ ਵਾਲੇ ਪਾਸੇ ਜਾਣ ਤੋਂ ਰੋਕ ਦਿੱਤਾ ਗਿਆ, ਨਾ ਆਇਆ ਜਾਵੇ ਨਾ ਜਾਇਆ ਜਾਵੇ, ਤਾਂ ਫਿਰ ਕੀ ਹੋਏਗਾ? ਕਿ ਵਾਕਈ ਹੀ ਇਸ ਦੇ ਨਾਲ ਕੇਂਦਰ ਸਰਕਾਰ ਮਜਬੂਰ ਹੋ ਜਾਏਗੀ ਕਾਨੂੰਨ ਵਾਪਸ ਲੈਣ ਦੇ ਲਈ? ਇਸ ਦੇ ਉੱਤੇ ਤੁਸੀਂ ਆਪਣੀ ਰਾਏ ਅੱਜ ਭੇਜਣੀ ਹੈ। ਦਰਸ਼ਕਾਂ ਦੀ ਰਾਏ ਦੀ ਹਮੇਸ਼ਾ ਸਾਨੂੰ ਇੰਤਜ਼ਾਰ ਰਹਿੰਦਾ ਹੈ। ਤਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਸ ਦੇ ਨਾਲ ਕੇਂਦਰ ਦੀ ਸਰਕਾਰ ਤੇ ਦਬਾਅ ਪਾਏਗਾ ਤੇ ਕੇਂਦਰ ਦੀ ਸਰਕਾਰ ਮਜਬੂਰ ਹੋ ਜਾਏਗੀ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਜਾਂ ਵਾਪਸ ਲੈਣ ਨੂੰ ਲੈ ਕੇ, ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਨਹੀਂ ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜਣਾ ਤੁਸੀਂ ਹਰ ਰੋਜ਼ ਦੀ ਤਰ੍ਹਾਂ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਅਸੀਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਾਰੂਫ ਕਰਵਾਉਂਦੇ ਹਾਂ। ਸਾਡੇ ਨਾਲ ਮਨਪ੍ਰੀਤ ਸਿੰਘ ਬਨੀ ਸੰਧੂ ਜੀ ਜੁੜੇ ਹੋਏ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਸ਼ੋਕ ਸਰੀਨ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਅੱਜ ਦੀ ਇਸ ਚਰਚਾ ਦੇ ਵਿੱਚ। ਅਸ਼ੋਕ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਸ਼ੁਕਰੀਆ, ਸਵਾਗਤ ਵੀ ਹੈ ਤੁਹਾਡਾ। ਸਾਡੇ ਨਾਲ ਥੋੜੀ ਦੇਰ ਦੇ ਵਿੱਚ ਅਕਾਲੀ ਦਲ ਤੋਂ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਜੁੜਨਗੇ ਤੇ ਨਾਲ ਹੀ ਕੁਲਤਾਰ ਸੰਧਵਾ ਜੀ। ਮੈਂ ਰੁਕ ਕਰਦਾ ਬਨੀ ਸੰਧੂ ਜੀ ਤੋਂ, ਕਾਂਗਰਸ ਤੋਂ। ਸੰਧੂ ਸਾਹਿਬ, ਕਿਸਾਨਾਂ ਦਾ ਗੁੱਸਾ ਇਸ ਸਮੇਂ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ। ਬੇਸ਼ੱਕ ਉਹ ਕੇਂਦਰ ਦੀ ਸਰਕਾਰ ਦੇ ਖਿਲਾਫ ਹੈ, ਪਰ ਬਲੌਕੇਜ ਨੂੰ ਲੈ ਕੇ, ਰੇਲਵੇ ਬਲੌਕੇਜ ਨੂੰ ਲੈ ਕੇ ਮੁੱਖ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਸੀ। ਜਾਣਨਾ ਚਾਹਾਂਗੇ ਮੌਜੂਦਾ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹੁਣ ਪੰਜਾਬ ਦੀ ਸਰਕਾਰ ਕੀ ਕਿਸਾਨਾਂ ਦੇ ਧਰਨੇ ਦੇ ਹੱਕ ਦੇ ਵਿੱਚ ਆ ਕੇ ਖੜੀ ਹੋਏਗੀ ਜਦੋਂ ਕਹਿੰਦੇ ਨੇ ਕਿ ਅਸੀਂ ਦਿੱਲੀ ਵੱਲ ਕੂਚ ਕਰਾਂਗੇ, ਅਸੀਂ ਰੋਡਸ ਨੂੰ ਅਣਮਿੱਥੇ ਸਮੇਂ ਦੇ ਲਈ ਬਲੌਕ ਕਰ ਦਾਂਗੇ। ਅੱਜ ਪੰਜਾਬ 'ਚ ਟ੍ਰੇਨਾਂ ਬੰਦ ਨੇ। ਜੇਕਰ ਕਿਸਾਨ ਸ਼ੰਭੂ ਬਾਰਡਰ ਤੇ ਰੋਕ ਲਏ ਗਏ ਜਾਂ ਕਿਸਾਨ ਦਿੱਲੀ ਬਾਰਡਰ ਦੇ ਉੱਤੇ ਰੋਕ ਲਏ ਗਏ ਤਾਂ ਉੱਥੇ ਹੀ ਉਹ ਧਰਨਾ ਦੇਣਾ ਸ਼ੁਰੂ ਕਰ ਦੇਣਗੇ। ਤਾਂ ਇਸ ਦਾ ਮਤਲਬ ਇਹ ਹੋਗਾ ਕਿ ਜਿਹੜੀ ਰੋਡ ਦੇ ਜ਼ਰੀਏ ਆਵਾਜਾਈ ਚਾਲੂ ਹੈ ਉਹ ਵੀ ਬੰਦ ਹੋ ਜਾਏਗੀ। ਕੈਪਟਨ ਸਰਕਾਰ ਕਾਂਗਰਸ ਕਿਵੇਂ ਦੇਖ ਰਹੀ ਹੈ ਸੰਧੂ ਸਾਹਿਬ? देखो, ये बड़ा सीरियस इशू बनता जा रहा है और मैं गवर्नमेंट ऑफ इंडिया वाल ये रिक्वेस्ट करना चाहते हैं, असी भी पंजाब सरकार वालों भी परसनल तौर पर भी, कि गवर्नमेंट ऑफ इंडिया जिहड़ी हैगी है इस किसानां दे मुद्दे ते सीरियस होवे और इस सीरियसनेस दे नाल इस इशू नूं डील किया जावे, ना कि जिदपने दे विच और एरोगेंस दे नाल इहनूं डील ना करे गवर्नमेंट ऑफ इंडिया। ये किसान भी नहीं चाहते हैगे, पर किसानां नूं गवर्नमेंट ऑफ इंडिया मजबूर करन ते लगी हुई हैगी है अपने जिद्दी एटीट्यूड दे नाल। सो ਇਹ ਕੋਈ ਅੱਛੀ ਗੱਲ ਨਹੀਂ ਹੈਗੀ ਹੈ। ਕਿਸਾਨ ਸਾਡਾ ਅੰਨਦਾਤਾ ਹੈਗਾ। ਕਿਸਾਨ ਦੇ ਸਿਰ ਦੇ ਉੱਤੇ ਹੀ, ਕਿਸਾਨ ਦੇ ਸਿਰ ਦੇ ਉੱਤੇ ਦੇਸ਼ ਦੀ ਇਕਨੋਮੀ ਚੱਲ ਰਹੀ ਹੈਗੀ ਹੈ। ਇਹ ਸਿਰਫ ਕਿਸਾਨਾਂ ਨੂੰ ਖਰਾਬ ਨਹੀਂ ਕੀਤਾ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਵੱਲੋਂ, ਬਲਕਿ ਸਾਰੇ ਜਿਹੜੇ ਹੋਰ ਰਿਲੇਟਡ ਕਿੱਤੇ ਨੇ ਔਰ ਨਾਲ ਜਿਹੜੀ ਵਪਾਰੀ ਨੇ, ਦੁਕਾਨਦਾਰ ਨੇ, ਮਤਲਬ ਕਹਿਣ ਦਾ ਮਤਲਬ ਹੈ ਵੀ ਪੂਰੀ ਦੀ ਪੂਰੇ ਸਮਾਜ ਨੂੰ ਇਫੈਕਟ ਕਰੂਗਾ ਜੋ ਇਹ ਗਵਰਨਮੈਂਟ ਆਫ ਇੰਡੀਆ ਦਾ ਐਟੀਟਿਊਡ ਹੈਗਾ। ਨਹੀਂ ਸਰ, ਆਲਰੇਡੀ ਸੰਧੂ ਸਾਹਿਬ ਮਾਫੀ ਚਾਹੁੰਦਾ, ਇਹ ਆਲਰੇਡੀ ਇਫੈਕਟ ਕਰ ਰਿਹਾ ਹੈ ਪੰਜਾਬ ਨੂੰ। ਆਰਥਿਕ ਤੌਰ ਦੇ ਉੱਤੇ ਨੁਕਸਾਨ ਹੋ ਰਿਹਾ ਪੰਜਾਬ ਦਾ, ਇਹ ਪੰਜਾਬੀਆਂ ਨੂੰ ਪਤਾ ਨਹੀਂ। ਸਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਰਾਸ਼ਾ ਜਤਾਉਂਦੇ ਨੇ। ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨਾਂ ਦੇ ਰਵੱਈਏ ਤੋਂ ਖੁਸ਼ ਨਹੀਂ। ਉਹਨਾਂ ਨੂੰ ਉਮੀਦ ਸੀ ਕਿ ਉਹ ਟ੍ਰੇਨਾਂ ਦੇ ਲਈ ਰਾਹ ਬਹਾਲ ਕਰ ਦੇਣਗੇ। ਹੁਣ ਤਾਂ ਗੱਲ ਅੱਗੇ ਵੱਧ ਗਈ। ਹੁਣ ਪੰਜਾਬ ਦੀਆਂ ਟ੍ਰੇਨਾਂ ਤੱਕ ਸੀਮਿਤ ਨਹੀਂ ਰਿਹਾ, ਹੁਣ ਤਾਂ ਰੋਡ ਦੇ ਉੱਤੇ ਵੀ ਗੱਲ ਆ ਗਈ ਹੈ। ਹੋਰ 10 ਦਿਨ ਵੀ ਮੈਂ ਜ਼ਿਆਦਾ ਕਹਿ ਰਿਹਾ, ਅਗਲੇ 5-6 ਦਿਨਾਂ ਬਾਅਦ ਸਥਿਤੀ ਅਜਿਹੀ ਹੋ ਸਕਦੀ ਹੈ ਕਿ ਟ੍ਰੇਨਾਂ ਦੇ ਨਾਲ ਜਿਹੜੀਆਂ ਰੋਡ ਦੇ ਜ਼ਰੀਏ ਸਪਲਾਈ ਸੀ ਉਹ ਵੀ ਬੰਦ ਹੋ ਜਾਏ। ਗੌਰਵ ਜੀ ਮੇਰੀ ਇੱਕ ਗੱਲ ਤੁਹਾਨੂੰ ਮੈਂ ਤੁਹਾਡੇ ਰਾਹੀਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ
ਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਕਿਸਾਨਾਂ ਦੇ ਨਾਲ ਇਨ ਬਿਨ ਨੇ, ਹਰ ਹਾਲ ਦੇ ਵਿੱਚ ਕਿਸਾਨਾਂ ਦੇ ਨਾਲ ਜੀ। ਖੜੇ ਨੇ ਔਰ ਉਹ ਖੁਦ ਕਿਸਾਨ ਨੇ ਔਰ ਕਿਸਾਨਾਂ ਦੇ ਦੁੱਖ ਦਰਦ ਨੂੰ ਪੂਰਨ ਤੌਰ ਤੇ ਸਮਝਦੇ ਨੇ ਔਰ ਉਹਨਾਂ ਨੂੰ ਹਰ ਗੱਲ ਦਾ ਅਹਿਸਾਸ ਹੈ। ਕਿਸਾਨਾਂ ਤੋਂ ਨਿਰਾਸ਼ ਵੀ ਨੇ ਸਰ, ਨਾਲ ਤਾਂ ਖੜੇ ਨੇ, ਨਿਰਾਸ਼ ਵੀ ਨੇ। ਸੀਐਮ ਸਾਹਿਬ ਦੀ ਸਟੇਟਮੈਂਟ ਹੈ ਇਹ, 24 ਘੰਟੇ ਨਹੀਂ ਹੋਏ ਸਟੇਟਮੈਂਟ ਆਈ ਨੂੰ, ਨਿਰਾਸ਼ ਵੀ ਨੇ। ਗੌਰਵ ਜੀ, that statement, ਇੱਕ ਮਿੰਟ, ਜਿਹੜੀ ਉਹ ਨਿਰਾਸ਼ਾ, ਉਹਨਾਂ ਨੂੰ ਦੇਖੋ, ਪੰਜਾਬ ਦਾ ਹਰ ਪੱਖੋਂ ਨੁਕਸਾਨ ਹੋ ਰਿਹਾ। ਜੇ ਪੰਜਾਬ ਦਾ ਨੁਕਸਾਨ ਹੋਊਗਾ ਤਾਂ ਕੋਈ ਵੀ ਤੁਹਾਨੂੰ ਵੀ ਮੈਨੂੰ ਵੀ ਆਪਾਂ ਨੂੰ ਦੁੱਖ ਹੋ ਰਿਹਾ ਹੈਗਾ ਵੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਸੂਬੇ ਦਾ ਨੁਕਸਾਨ ਹੋ ਰਿਹਾ ਹੈ। ਉਸ ਤਰੀਕੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੋ ਸਕਦੀ ਹੈ। ਅਦਰਵਾਈਜ਼ ਕੋਈ ਇਹੋ ਜਿਹੀ ਗੱਲ ਵੀ ਹੈ ਨਹੀਂ ਕਿ ਸੀਐਮ ਸਾਹਿਬ ਕਿਸਾਨਾਂ ਦੇ ਨਾਲ ਨਾ ਹੋਣ। ਕਿਸਾਨਾਂ ਦੇ ਨਾਲ ਹਰ ਪੱਖੋਂ ਨੇ ਸੀਐਮ ਸਾਹਿਬ। ਜੇ ਆਪਣੇ ਚਲੋ ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸੰਧੂ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਾਡੇ ਨਾਲ ਅਸ਼ੋਕ ਸਰੀਨ ਜੀ ਜੁੜੇ ਹੋਏ ਨੇ ਬੀਜੇਪੀ ਤੋਂ। ਸਰੀਨ ਸਾਹਿਬ, ਬੀਜੇਪੀ ਇੱਕ ਵਾਰ ਫਿਰ ਬੀਜੇਪੀ ਨੂੰ ਸਵਾਲ ਹੋ ਰਹੇ ਨੇ। ਇੱਕ ਮੀਟਿੰਗ, ਉਸ ਤੋਂ ਬਾਅਦ ਸਭ ਕੁਝ ਕੰਮ ਠੰਡਾ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਹੋਈ, ਲੱਗਿਆ ਕਿ ਬਸ ਹੁਣ ਹੋਏਗੀ ਗੱਲਬਾਤ, ਬਸ ਹੁਣ ਗੱਲਬਾਤ ਸ਼ੁਰੂ ਹੋ ਗਈ ਹੈ। ਅਗਲੇ ਹਫਤੇ ਦੇ ਵਿੱਚ ਹੱਲ ਨਹੀਂ ਤਾਂ ਘੱਟੋ ਘੱਟ ਅਗਲੀ ਮੀਟਿੰਗ। ਅਗਲਾ ਹਫਤਾ ਵੀ ਖਤਮ ਹੋਣ ਨੂੰ ਆ ਰਿਹਾ ਸਰ। ਸਰੀਨ ਸਾਹਿਬ, ਇਹ ਜੇ ਪੰਜਾਬ ਦੀਆਂ ਰੋਡਸ ਵੀ ਬਲੌਕ ਹੋ ਗਈਆਂ ਨਾ, ਤਾਂ ਇੱਥੇ ਪੈਟਰੋਲ ਡੀਜ਼ਲ ਦੀ ਤਾਂ ਦਿੱਕਤ ਹੋਏਗੀ, ਖਾਣ ਵਾਲੀਆਂ ਚੀਜ਼ਾਂ ਦੀ ਦਿੱਕਤ ਹੋ ਜਾਣੀ ਹੈ। ਕੇਂਦਰ ਦੀ ਸਰਕਾਰ ਦੇਖ ਰਹੀ ਹੈ ਇਸ ਚੀਜ਼ ਨੂੰ, ਪੰਜਾਬ ਬੀਜੇਪੀ ਪਹੁੰਚਾ ਰਹੀ ਹੈ। ਪੰਜਾਬ ਦੀ ਸਥਿਤੀ, ਕਰੋੜਾਂ ਦਾ ਨੁਕਸਾਨ ਹੋ ਰਿਹਾ ਰੋਜ਼ਾਨਾ। ਪੰਜਾਬ ਦੇ ਵਪਾਰੀਆਂ ਦਾ, ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹ ਤੁਹਾਡੇ ਉੱਤੇ, ਮੇਰੇ ਉੱਤੇ, ਸੰਧੂ ਸਾਹਿਬ ਦੇ ਉੱਤੇ, ਸਾਰਿਆਂ ਦੇ ਉੱਤੇ ਘੁੰਮ ਫਿਰ ਕੇ ਆਣਾ ਹੈ। ਲੋਕਾਂ ਦੇ ਉੱਤੇ ਉਹਦਾ ਬੋਝ ਆਏਗਾ। ਅਸ਼ੋਕ ਜੀ, ਦੇਖੋ ਮੈਂ ਤਾਂ ਮੇਰੇ ਤੋਂ ਪਹਿਲਾਂ ਕਾਂਗਰਸ ਦੇ ਪ੍ਰਵਕਤਾ ਬੋਲ ਰਹੇ ਸੀ ਕਿ ਕੈਪਟਨ ਸਾਹਿਬ ਨੂੰ ਨਿਰਾਸ਼ਾ ਹੈ। ਮੈਂ ਸਮਝਦਾ ਹਾਂ ਉਹਨਾਂ ਦੀ ਨਿਰਾਸ਼ਾ ਇਸ ਲਈ ਹੈ ਕਿ ਉਹਨਾਂ ਨੇ ਜਿਹੜੀ ਆਸ਼ਾ ਰੱਖੀ ਸੀ ਨਾ ਕਿ ਝੂਠ ਦੇ ਮਹਿਲ ਦੇ ਉੱਤੇ ਕਿਸਾਨ ਭਰਾਵਾਂ ਨੂੰ ਗੁੰਮਰਾਹ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਘੇਰ ਲਾਂਗੇ, ਉਹ ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਨਹੀਂ ਹੋਏ। ਔਰ ਅੱਜ ਦੇ ਜੋ ਪੰਜਾਬ ਦੇ ਹਾਲਾਤ ਬਣੇ ਹੈ, ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੈ। ਅੱਜ ਜੇ ਸੜਕਾਂ ਬਲੌਕ ਦੀ ਗੱਲ ਆ ਗਈ, ਜਿਸ ਟਰੈਕ ਬਲੌਕ ਹੋਏ ਸੀ, ਪਹਿਲਾਂ ਕਾਂਗਰਸ ਦੇ ਨੇਤਾ ਜਾ ਕੇ ਕਰਾਉਂਦੇ ਰਹੇ। ਜਦੋਂ ਸਮਝਾਉਣ ਦਾ ਸਮੇਂ ਸੀਗਾ, ਇਹਨਾਂ ਨੇ ਸਮਝਾਇਆ ਨਹੀਂ। ਇਹਨਾਂ ਨੇ ਆਪਣੀ ਰਾਜਨੀਤੀ ਦੇ ਲਈ ਕਿਸਾਨ ਭਰਾਵਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਹੈ ਉਹ ਰਾਜਨੀਤੀ ਕੀਤੀ। ਹੁਣ ਜਦੋਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਝੂਠ ਸੀ ਉਹ ਸਾਹਮਣੇ ਆਉਣ ਲੱਗ ਪਿਆ, ਹੁਣ ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਵਿੱਚ ਬਚ ਨਹੀਂ ਸਕਦੇ। ਜਿੱਥੇ ਤੱਕ ਕੇਂਦਰ ਸਰਕਾਰ ਦੀ ਗੱਲ ਹੈ, ਕੇਂਦਰ ਸਰਕਾਰ ਸਦਾ ਕਿਸਾਨਾਂ ਦੇ ਨਾਲ ਸੀ, ਕਿਸਾਨਾਂ ਨਾਲ ਹੈ ਔਰ ਕਿਸਾਨਾਂ ਨਾਲ ਰਹੇਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ਉਹ ਨਿਰਣੇ ਨਹੀਂ ਕੀਤਾ ਜਿਹੜਾ ਕਿਸੇ ਜਾਤੀ ਅਸ਼ੋਕ ਜੀ, ਕਿਵੇਂ ਪੰਜਾਬ ਦੇ ਲੋਕ ਕਿਵੇਂ ਮੰਨਣ? ਸਮਝਾਓ ਪੰਜਾਬ ਦੇ ਲੋਕਾਂ ਨੂੰ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ, ਪੰਜਾਬੀਆਂ ਦੇ ਨਾਲ ਹੈ। ਸਮਝਾਓ ਸਰ, ਤੁਸੀਂ ਵੀ ਪੰਜਾਬੀ ਹੋ, ਸਮਝਾਓ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਾਡੇ ਨਾਲ ਹੈ, ਕਿਵੇਂ ਪੰਜਾਬੀਆਂ ਦੇ ਨਾਲ ਹੈ। ਪੰਜਾਬ ਦੀ ਕੇਂਦਰ ਦੀ ਸਰਕਾਰ ਖੁੱਲੇ ਦਿਲ ਨਾਲ ਗੱਲਬਾਤ ਕਰ ਰਹੀ ਹੈ। 13 ਤਰੀਕ ਨੂੰ ਗੱਲ ਹੋਈ ਹੈ, 26 ਤਰੀਕ ਦਾ ਜਿਹੜਾ ਧਰਨਾ ਉਹਨੂੰ ਹਲੇ 6 ਦਿਨ ਪਏ ਹੈ। ਮੈਨੂੰ ਨਹੀਂ ਲੱਗਦਾ ਇਹ ਧਰਨਾ ਲੱਗੇਗਾ। 6 ਦਿਨਾਂ ਤੋਂ ਪਹਿਲਾਂ ਹੀ ਇਹਦਾ ਸਮੱਸਿਆ ਦਾ ਸਮਾਧਾਨ ਚੱਲ ਰਿਹਾ। ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ, ਰਾਸ਼ਟਰੀ ਪ੍ਰਧਾਨ, ਸਾਡੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਔਰ ਸਾਡੀ ਟੀਮ ਕਿਸਾਨਾਂ ਦੇ ਨਾਲ ਇਨ ਬਿਨ ਤਰੀਕੇ ਨਾਲ ਲੱਗੀ ਹੈ ਔਰ ਸਮਝਾਉਣ ਤੇ ਲੱਗੀ ਹੈ ਔਰ ਉਹਨਾਂ ਦੀ ਸਮਝਣ ਦੇ ਲਈ ਲੱਗੀ ਹੈ। ਔਰ ਅਸੀਂ ਕੋਈ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ, ਤੁਸੀਂ ਦੇਖੋਗੇ ਕਿਸਾਨ ਜਥੇਬੰਦੀਆਂ ਦੇ ਸਾਡੇ ਭਰਾ, ਕਿਸਾਨ ਭਰਾ, ਸਾਡੇ ਪੰਜਾਬ ਦੇ ਲੀਡਰ ਗਏ, ਕਿੰਨੇ ਵਧੀਆ ਤਰੀਕੇ ਨਾਲ ਬਾਹਰ ਆਏ। ਉਹਨਾਂ ਨੇ ਕਿਹਾ ਬਹੁਤ ਵਧੀਆ ਗੱਲ ਹੋਈ। ਦੈਟ ਮੀਨਸ ਕਿ ਬੀਜੇਪੀ ਜਿਹੜੀ ਹੈ ਪੋਜ਼ਿਟਿਵ ਹੈ ਕਿਸਾਨਾਂ ਦੇ ਪ੍ਰਤੀ। ਔਰ ਅਸੀਂ ਕਿਸਾਨਾਂ ਨੂੰ ਸਮਝਾ ਵੀ ਰਹੇ, ਜਿਹੜੀ ਕਿਤੇ ਰੁਕਾਵਟ ਆ ਰਹੀ ਹੈ ਜਾਂ ਦਿੱਕਤ ਆ ਰਹੀ ਹੈ, ਉਹਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਆ ਤੇ ਉਹ ਲੋਕ ਹੈ ਜਿਹੜੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਔਰ ਜਿਨ੍ਹਾਂ ਦੀ ਆਸ਼ਾ ਨਹੀਂ ਪੂਰੀ ਹੋਈ ਕਿ ਕਿਸੇ ਤਰੀਕੇ ਅਸੀਂ ਮੋਦੀ ਸਰਕਾਰ ਨੂੰ ਘੇਰਨਾ ਸੀ, ਉਹ ਪੂਰੀ ਨਹੀਂ ਹੋਈ, ਉਹ ਇਸ ਲਈ ਨਿਰਾਸ਼ ਨੇ। ਅਸੀਂ ਕਿਸਾਨਾਂ ਦੇ ਹਰ ਉਹ ਕੰਮ ਦੇ ਲਈ ਕਰ ਰਹੇ ਹਾਂ, ਉਹਨਾਂ ਦੀ ਗੱਲ ਸੁਣ ਰਹੇ ਹਾਂ। ਠੀਕ ਹੈ ਸਰੀਨ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਨਹੀਂ ਦੇਖੋ ਸਰ, ਬਹੁਤ ਸਿੰਪਲ ਸਵਾਲ ਹੈ, ਬਹੁਤ ਸਿੰਪਲ ਸਵਾਲ ਹੈ। ਜਿਹੜੀ ਆਪਾਂ ਗੱਲ ਕਰੀਏ, ਪ੍ਰੈਕਟੀਕਲ ਗੱਲ ਹੋਵੇ, ਕਿਉਂਕਿ ਆਪਾਂ ਟੀਵੀ ਦੇ ਉੱਤੇ ਬੇਸ਼ੱਕ ਬੈਠ ਕੇ ਡਿਬੇਟ ਕਰ ਰਹੇ ਹਾਂ, ਪਰ ਪੰਜਾਬ ਦੇ ਲੋਕ ਹਰ ਇੱਕ ਸਥਿਤੀ ਨੂੰ ਇਸ ਸਮੇਂ ਬਖੂਬੀ ਸਮਝ ਰਹੇ ਨੇ, ਖਾਸ ਤੌਰ ਤੇ ਕਿਸਾਨ। ਕਿ ਕੋਈ ਵੱਡੀ ਗੱਲ ਕਰਦੇ ਆ ਜਾਂ ਫਿਰ ਵੱਡੀਆਂ ਗੱਲਾਂ ਕਰੀਏ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਮੈਂ ਬੀਜੇਪੀ ਦਾ ਜ਼ਿਕਰ ਨਹੀਂ ਕਰ ਰਿਹਾ, ਉਹਨੂੰ ਵੀ ਸਮਝਦੇ ਨੇ ਲੋਕ, ਉਸ ਨੂੰ ਵੀ ਕਿਸਾਨ ਚੰਗੀ ਤਰ੍ਹਾਂ ਜਾਣਦੇ ਨੇ ਕਿ ਗੱਲ ਹੋ ਕੀ ਰਹੀ ਹੈ।
ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੇ ਬੜੀ ਵਧੀਆ ਗੱਲਬਾਤ ਕੀਤੀ, ਕੇਂਦਰ ਦੇ ਮੰਤਰੀਆਂ ਨੇ ਬਹੁਤ ਵਧੀਆ ਗੱਲਬਾਤ ਕੀਤੀ, ਮੈਂ ਉਸ ਦੇ ਉੱਤੇ ਆਣਾ। ਸਾਡੇ ਨਾਲ ਇਸ ਵਿਚਾਲੇ ਮਹੇਸ਼ ਚੰਦਰ ਗਰੇਵਾਲ ਜੀ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਾਬਕਾ ਮੰਤਰੀ ਨੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਇਸ ਸਮੇਂ ਡਾਕਟਰ ਦਰਸ਼ਨਪਾਲ ਜੀ ਜੁੜੇ ਹੋਏ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਫੋਨ ਲਾਈਨ ਤੇ ਨੇ ਡਾਕਟਰ ਸਾਹਿਬ ਸਾਡੇ ਨਾਲ। ਥੈਂਕ ਯੂ। ਦਰਸ਼ਨਪਾਲ ਜੀ, ਇਸ ਸਮੇਂ ਸਥਿਤੀ ਸਾਨੂੰ ਸਮਝਾਓ। ਜਦੋਂ ਗੱਲਬਾਤ ਹੋਈ ਸੀ 13 ਤਰੀਕ ਨੂੰ, ਦੀਵਾਲੀ ਤੋਂ ਇੱਕ ਦਿਨ ਪਹਿਲਾਂ ਲੱਗ ਰਿਹਾ ਸੀਗਾ ਕਿ ਗੱਲਬਾਤ ਤਾਂ 6-7 ਘੰਟੇ ਬਹੁਤ ਵਧੀਆ ਹੋਗੀ, ਤਾਂ ਸ਼ਾਇਦ 26 ਤਰੀਕ ਵਾਲੀ ਸਥਿਤੀ ਆਵੇ ਹੀ ਨਾ, 26 ਤਰੀਕ ਦੀ ਜ਼ਰੂਰਤ ਹੀ ਨਾ ਪਵੇ। ਪਰ ਹੁਣ ਤਾਂ ਅੱਜ ਵਾਲੇ ਬਿਆਨ ਤਾਂ ਬੜੇ ਤਲਖ ਨੇ ਕਿ ਅਸੀਂ 4 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਘੇਰ ਲਵਾਂਗੇ, ਦਿੱਲੀ ਜਾਣ ਨਹੀਂ ਦੇਣਾ। ਉਹਦਾ ਮਤਲਬ ਇੱਕ ਇਹ ਵੀ ਦਰਸ਼ਨਪਾਲ ਜੀ ਕੱਢਿਆ ਜਾ ਰਿਹਾ ਕਿ ਜੇ ਰੋਡਸ ਬਲੌਕ ਹੁੰਦੀਆਂ ਨੇ, ਸ਼ੰਭੂ ਬਾਰਡਰ ਤੇ ਤੁਹਾਨੂੰ ਰੋਕ ਲਿਆ, ਰੋਡਸ ਬਲੌਕ ਹੋਈਆਂ ਤਾਂ ਪੰਜਾਬ ਦੀ ਸੜਕ ਆਵਾਜਾਈ ਵੀ ਬੰਦ ਹੋ ਜਾਏਗੀ। ਮੈਂ ਸਹੀ ਕਹਿ ਰਿਹਾ ਸਰ ਕਿ ਜੇ ਸ਼ੰਭੂ ਬਾਰਡਰ ਤੇ ਰੋਕ ਲਿਆ ਉੱਥੇ ਹੀ ਬੈਠ ਜਾਓਗੇ ਧਰਨਾ ਦੇਣ? ਜੀ ਅਸੀਂ ਉੱਥੇ ਹੀ ਬੈਠਾਂਗੇ ਜੀ। ਗੌਰਵ ਜੀ ਦੇਖੋ ਜੀ ਸਰ, ਸਾਨੂੰ ਸਮਝਾਓ ਪੰਜਾਬ ਦੇ ਲੋਕਾਂ ਨੂੰ ਕੀ ਸਥਿਤੀ ਇਸ ਸਮੇਂ, ਕੀ ਤੁਸੀਂ ਚਰਚਾ ਕੀਤੀ ਹੈ, ਕੀ ਅੱਗੇ ਤੁਸੀਂ ਪਲਾਨ ਬਣਾ ਰਹੇ ਹੋ? ਦੇਖੋ ਅਸੀਂ 13 ਤਰੀਕ ਦੀ ਮੀਟਿੰਗ ਦੇ ਵਿੱਚ ਬੜੇ ਸੁਖਾਵੇਂ ਮਾਹੌਲ 'ਚ ਗੱਲਬਾਤ ਕਰਕੇ ਆਏ ਸੀ ਤੇ ਉਸ ਗੱਲਬਾਤ ਦੇ ਵਿੱਚ ਤੁਸੀਂ ਸਾਰੇ ਅਖਬਾਰਾਂ 'ਚ ਪੜ੍ਹਿਆ ਵੀ ਹੋਣਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਗੱਲ ਨੂੰ ਉਹਨਾਂ ਦੇ ਕੋਰਟ ਦੇ ਵਿੱਚ ਬੜੀ ਚੰਗੀ ਤਰ੍ਹਾਂ ਉਹਦਾ ਛਿੱਟਾ ਦੇ ਕੇ ਆ ਗਏ ਸੀ, ਬੀਜ ਕੇ ਆ ਗਏ ਸੀ। ਇੱਕ ਗੱਲ। ਦੂਜੀ ਗੱਲ, ਉਸੇ ਮਾਹੌਲ ਦੇ ਵਿੱਚ ਅਸੀਂ ਕੇਂਦਰੀ ਮੰਤਰੀਆਂ ਨੂੰ ਕਿਹਾ ਸੀ ਕਿ ਪੰਜਾਬ ਦੀ ਨਾਕਾਬੰਦੀ ਨਾ ਕਰੋ, ਪੰਜਾਬ ਦੇ ਵਿੱਚ ਗੁੱਡ ਸਟੈਂਡ ਚਲਾ ਦਿਓ, ਅਸੀਂ ਫੌਰੀ ਪੈਸੇਂਜਰ ਟ੍ਰੇਨ ਦਾ ਫੈਸਲਾ ਲੈ ਲਾਂਗੇ। ਹੁਣ ਕੱਲ ਦੀ ਸਾਡੀ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਵੀ ਅਸੀਂ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਤੁਰੰਤ ਪੈਸੇਂਜਰ ਗੱਡੀਆਂ ਨੂੰ ਅਲਾਉ ਕਰਾਂਗੇ ਚੱਲਣ ਦਾ, ਤੁਸੀਂ ਇੱਕ ਵਾਰੀ ਗੁੱਡ ਸਟੈਂਡ ਦਾ ਫੈਸਲਾ ਕਰੋ। ਅਗਲੀ ਗੱਲ ਇਹ ਹੈ ਕਿ ਦੇਖੋ ਦਿੱਲੀ ਦਾ ਪ੍ਰੋਗਰਾਮ ਬਹੁਤ ਪੁਰਾਣਾ ਬਣਿਆ ਹੈ, ਨਾਲੇ ਪੰਜਾਬ ਦੇ ਇਕੱਲੇ ਕਿਸਾਨਾਂ ਦਾ ਨਹੀਂ। ਅੱਜ ਤੁਸੀਂ ਸੁਣਿਆ ਹੋਣਾ, ਮੀਡੀਆ 'ਚ ਆ ਗਿਆ ਕਿ ਦੇਸ਼ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ 7 ਜਣਿਆਂ ਦੀ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਚੰਡੀਗੜ੍ਹ। ਕਿਸਾਨ ਕੀਤੀ ਕਿ ਬਰੀਕੀ 'ਚ ਪਲੈਨਿੰਗ ਕੀਤੀ ਗਈ ਹੈ ਦਿੱਲੀ ਦੇ ਸਾਰੇ ਪ੍ਰੋਗਰਾਮ ਦੀ। ਦਿੱਲੀ ਨੂੰ 5 ਰਸਤਿਆਂ ਦੇ ਉੱਤੋਂ ਕਿਸਾਨ ਜਾਣਗੇ, ਬਲਕਿ ਨੈਸ਼ਨਲ ਹਾਈਵੇ ਨੰਬਰ 1 ਬਰੇਲੀ ਦਿੱਲੀ ਰੋਡ, ਆਪਣਾ ਫਰੀਦਾਬਾਦ ਦਿੱਲੀ, ਨੌ ਦਿੱਲੀ ਰੋਡ ਤੇ ਰੋਹਤਕ ਦਿੱਲੀ ਰੋਡ, ਇਹਨਾਂ 5 ਰਸਤਿਆਂ ਤੋਂ ਕਿਸਾਨ ਨਿਕਲਣਗੇ। ਇਹ ਵੀ ਗੱਲ ਸਹੀ ਹੈ ਕਿ ਹੋ ਸਕਦਾ ਹਰਿਆਣੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਜਾਣ ਨਾ ਦਿੱਤਾ ਜਾਵੇ ਤੇ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਰੋਕ ਲਿਆ ਜਾਵੇ। ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਤਾਂ ਬੜੀ ਗੱਲ ਕਲੀਅਰ ਕਰਨੀ ਚਾਹੁੰਦਾ ਹੈ ਕਿ ਕਿਸਾਨਾਂ ਵੱਲੋਂ ਇਹ ਤੈਅ ਹੈ ਕਿ ਅਸੀਂ ਕਿਤੇ ਵੀ ਜਿੱਥੇ ਵੀ ਸਾਨੂੰ ਰੋਕਿਆ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਨੂੰ ਅੱਗੇ ਦਿੱਲੀ ਜਾਣਾ ਚਾਹੁੰਦੇ, ਸਾਨੂੰ ਦਿੱਲੀ ਜਾਣ ਦਿੱਤਾ ਜਾਵੇ। ਨੰਬਰ 1। ਨੰਬਰ 2, ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਭੜਕਾਹਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਭੜਕਾਹਟ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਟੋਲਰੇਟ ਕਰਦੇ ਹੋਏ ਅਗਰ ਜਿੱਦ ਰਹਿਣਗੇ ਉਹ ਅਸੀਂ ਉੱਥੇ ਹੀ ਬਹਿ ਜਾਾਂਗੇ, ਜਿਹਨੂੰ ਕਹਿੰਦੇ ਆ ਕਿ ਉੱਥੇ ਧਰਨਾ ਲਾ ਦਾਂਗੇ। ਜਿਵੇਂ ਤੁਸੀਂ ਕਿਹਾ ਬਿਲਕੁਲ ਸਹੀ ਗੱਲ ਹੈ ਕਿ ਇੱਕ ਟਰੈਕਟਰ ਦੇ ਪਿੱਛੇ 2-2 ਟਰਾਲੀਆਂ ਤੇ ਰਾਸ਼ਨ, ਕੱਪੜੇ, ਬਿਸਤਰੇ ਸਾਰਾ ਕੁਝ ਹੋਊਗਾ ਤੇ ਨਾਲ ਕਿਸਾਨ ਹੋਣਗੇ। ਜਿਹੜੀ ਸਾਡੇ ਐਸਟੀਮੇਟ ਮੁਤਾਬਕ ਘੱਟੋ ਘੱਟ 2 ਤੋਂ 2.5 ਲੱਖ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ, ਸਾਰੀਆਂ ਜਥੇਬੰਦੀਆਂ ਦੀ ਰਲਾ ਕੇ, ਵਿੱਚੇ ਸਾਡੀਆਂ 30 ਜਥੇਬੰਦੀਆਂ ਦੀ, ਵਿੱਚੇ ਵੀਕੇ ਉਗਰਾਹਾਂ ਦੀ, ਵਿੱਚੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਜਾਂਦੀ ਹੈ। ਤਾਂ ਸੋ ਐਡੀ ਵੱਡੀ ਗਿਣਤੀ ਜਦੋਂ ਲੋਕ ਜਾਣਗੇ, ਦੇਖੋ ਠੰਡ ਦਾ ਮੌਸਮ ਹੈ, ਉਹਨਾਂ ਨੇ ਦਿੱਲੀ ਪਹੁੰਚਣਾ। ਹੁਣ ਜੇ ਦਿੱਲੀ ਸਰਕਾਰ ਨਹੀਂ ਜਾਣ ਦਿੰਦੀ ਫਿਰ ਕੀ ਕਰਨ ਕਿਸਾਨ? ਕਿਸਾਨਾਂ ਨੇ ਤਾਂ ਉਹ ਕਿਤੇ ਜੇ ਰਾਮਲੀਲਾ ਗਰਾਊਂਡ ਸਾਨੂੰ ਦੇ ਦਿੰਦੇ ਅਸੀਂ ਉੱਥੇ ਜਾ ਕੇ ਬਹਿ ਜਾਂਦੇ। ਜੇ ਉਹ ਨਹੀਂ ਦਿੱਤਾ ਤਾਂ ਅਸੀਂ ਰਾਹ 'ਚ ਬੈਠਾਂਗੇ। ਹੁਣ ਸੜਕਾਂ ਰੁਕਣਗੀਆਂ, ਤੁਹਾਡੀ ਗੱਲ ਸਹੀ ਹੈ, ਲੇਕਿਨ ਸੜਕਾਂ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਲੋਕਾਂ ਨੂੰ ਜਿਹੜੀ ਜਾਣ ਆਉਣ ਦੀ, ਅਸੀਂ ਹਲੇ ਹੋਰ ਦੇਸ਼ ਨੂੰ ਬਰੀਕੀ 'ਚ ਡਿਸਕਸ ਕਰਾਂਗੇ, ਲੇਕਿਨ ਇਹ ਗੱਲ ਪੱਕੀ ਹੈ ਕਿ ਉਹ ਬਲੌਕੇਡ ਹੈ ਜਿਹੜਾ, ਚਾਹੇ ਹਰਿਆਣੇ ਦੇ ਬਾਹਰ ਹੋਵੇ ਚਾਹੇ ਹਰਿਆਣੇ ਦੇ ਅੰਦਰ ਹੋਵੇ, ਦਿੱਲੀ ਦਾ ਬਲੌਕੇਡ ਅਸੀਂ ਕਰਨਾ। ਤੇ ਦਿੱਲੀ ਦਾ ਬਲੌਕੇਡ ਹੈ ਜਿਹੜਾ, ਉਹਦਾ ਪੰਜਾਬ ਤੇ ਉਹਨਾਂ ਨੂੰ ਜੰਮੂ ਤੇ ਹਿਮਾਚਲ ਦੇ ਉੱਤੇ ਮਾੜਾ ਅਸਰ ਪੈਣਾ, ਕੋਈ ਰੌਲਾ ਨਹੀਂ। ਲੇਕਿਨ ਅਸੀਂ ਇਹ ਕਹਿੰਦੇ ਕਿ ਦੋਵੇਂ ਜਿਹੜੀਆਂ ਮੁਸੀਬਤਾਂ ਨਾ ਹੋਣ, ਸਰਕਾਰ ਆ ਜਿਹੜੀ ਉਹ ਗੁੱਡ ਸਟੈਂਡ ਵੀ ਚਲਾਵੇ ਤੇ ਸੜਕਾਂ ਦੇ ਉੱਤੇ ਬੈਠਣ ਲਈ ਵੀ ਕਿਸਾਨਾਂ ਨੂੰ ਮਜਬੂਰ ਨਾ ਕਰੇ। ਉਹ ਚੱਲਦੇ ਜਾਣ ਤੇ ਜਾ ਕੇ ਉਹ ਰਾਮਲੀਲਾ ਗਰਾਊਂਡ 'ਚ ਸ਼ਾਂਤਮਈ ਢੰਗ ਨਾਲ ਬੈਠ ਜਾਣ ਤੇ ਉੱਥੇ ਆਪਣਾ ਬੈਠ ਕੇ। ਠੀਕ ਹੈ, ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ ਜੀ, ਮੇਰੇ ਨਾਲ ਬਣੇ ਰਹੋ ਸਰ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਕਿ ਜੇ ਲੋਕਾਂ ਨੂੰ ਦਿੱਕਤ ਨਹੀਂ ਕਰਵਾਉਣਾ ਚਾਹੁੰਦੀ ਕੇਂਦਰ ਦੀ ਸਰਕਾਰ ਤਾਂ ਫਿਰ ਰਾਮਲੀਲਾ ਗਰਾਊਂਡ ਤੱਕ ਜਾਣ ਦੇਵੇ, ਦਿੱਲੀ ਤੱਕ ਜਾਣ ਦੇ, ਰਾਮਲੀਲਾ ਗਰਾਊਂਡ ਜਾ ਕੇ ਤੁਸੀਂ ਪ੍ਰਦਰਸ਼ਨ ਕਰ ਲਓਗੇ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਆਉਣਾ। ਗਰੇਵਾਲ ਸਾਹਿਬ ਦਾ ਰੁਖ ਕਰਦਾ। ਮਹੇਸ਼ ਚੰਦਰ ਗਰੇਵਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਮੇਰਾ ਪਹਿਲਾ ਸਵਾਲ ਇਹੀ ਹੈ, ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਕਹਿੰਦੀ ਹੈ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ,
ਤੇ ਬੀਜੇਪੀ ਇਸ ਸਮੇਂ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਭ ਕੁਝ ਜਿਹੜਾ ਇਸ ਸਮੇਂ ਪ੍ਰਦਰਸ਼ਨ ਹੋ ਰਹੇ ਨੇ ਉਸ ਦੇ ਪਿੱਛੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕਹਿੰਦੇ ਨੇ ਮੈਂ ਨਿਰਾਸ਼ ਹਾਂ ਕਿ ਕਿਸਾਨਾਂ ਨੇ ਸਾਡੀ ਗੱਲ ਨਹੀਂ ਮੰਨੀ ਤੇ ਰਾਹ ਨਹੀਂ ਖੋਲੇ ਟ੍ਰੇਨਾਂ ਦੇ ਲਈ। ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਦਿੱਲੀ ਕੂਚ ਦਾ ਜਿਹੜਾ ਐਲਾਨ ਹੈ ਉਹ ਬੜੀਆਂ ਦਿੱਕਤਾਂ ਖੜੀਆਂ ਕਰ ਸਕਦਾ ਹੈ, ਉਹ ਸਾਫ਼ ਤੌਰ ਤੇ ਸਾਨੂੰ ਤਸਵੀਰ ਨਜ਼ਰ ਆ ਰਹੀ ਹੈ ਇਸ ਸਮੇਂ। ਗਰੇਵਾਲ ਸਾਹਿਬ ਦੇਖੋ ਗੌਰਵ ਜੀ, ਬੜੇ ਅਫਸੋਸ ਦੀ ਗੱਲ ਹੈ ਕਿ ਦਿੱਲੀ ਸਰਕਾਰ ਦਾ ਅੜੀਅਲ ਰਵੱਈਆ ਤੇ ਪੰਜਾਬ ਗਵਰਨਮੈਂਟ ਦੀ ਰਾਜਨੀਤੀ ਨੇ ਅੱਜ ਹਾਲਾਤ ਇਸ ਗੱਲ ਤੇ ਲਿਆ ਦਿੱਤੇ ਨੇ। ਗੱਲ ਬੜੀ ਸਪਸ਼ਟ ਸੀ, ਕਿਸਾਨੀ ਦੀ ਇੱਕੋ ਮੰਗ ਸੀ ਕਿ ਇਹ ਕਾਨੂੰਨ ਕਾਲੇ ਨੇ ਤੇ ਕਾਨੂੰਨ ਰੱਦ ਕੀਤੇ ਜਾਣ। ਜੇ ਕਾਨੂੰਨ ਕਾਲੇ ਨਹੀਂ, ਦਿੱਲੀ ਦੀ ਸਰਕਾਰ ਦੇ ਕਹਿਣ ਦੇ ਮੁਤਾਬਕ ਇਹ ਕਾਨੂੰਨਾਂ ਦੀ 6 ਮਹੀਨੇ ਲਈ ਪੰਜਾਬ ਵਿੱਚ ਲਾਗੂ ਕਰਨਾ ਰੋਕ ਦਿੱਤਾ ਜਾਵੇ। ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ। ਜੇ ਉਹ ਨਹੀਂ ਕਨਵਿੰਸ ਹੁੰਦੇ ਤਾਂ ਆਪ ਕਨਵਿੰਸ ਕਰਕੇ ਪੰਜਾਬ 'ਚ ਕਾਨੂੰਨ ਲਾਗੂ ਨਾ ਕਰਨ। ਦੇਖੋ, ਇਹ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਦਾ ਬਲੌਕਟ ਕਰਕੇ ਦਿੱਲੀ ਦੀ ਸਰਕਾਰ ਹੁਣ ਪੰਜਾਬ ਨੂੰ ਤਬਾਹ ਕਰਨ ਤੇ ਤੁਰੀ ਹੋਈ ਹੈ। ਮੈਨੂੰ ਇਸ ਗੱਲ ਦਾ ਬੜਾ ਵੱਡਾ ਦੁੱਖ ਹੈ ਕਿ ਦਿੱਲੀ ਦੀ ਸਰਕਾਰ ਪੰਜਾਬ ਵੱਲੋਂ ਦੇਸ਼ ਦੀ ਆਜ਼ਾਦੀ ਲਈ, ਦੇਸ਼ ਦੀ ਰੱਖਿਆ ਲਈ, ਦੇਸ਼ 'ਚ ਅੰਨ ਦੇਣ ਲਈ, ਭੁੱਖੇ ਦੇਸ਼ ਨੂੰ ਰੋਟੀ ਦੇਣ ਲਈ ਕੀਤੀਆਂ ਕੁਰਬਾਨੀਆਂ ਸਾਰੀਆਂ ਭੁੱਲ ਗਈਆਂ ਨੇ। ਕਿਸਾਨਾਂ ਦਾ ਇਦੋਂ ਵੱਧ ਕੰਟਰੀਬਿਊਸ਼ਨ ਕੀ ਹੋ ਸਕਦੀ ਹੈ ਕਿ ਉਹਨਾਂ ਦਾ ਐਡਾ ਵੱਡਾ ਲੰਬਾ ਸੰਘਰਸ਼ ਪੀਸਫੁਲ ਰਿਹਾ। ਨਹੀਂ, ਕੋਈ ਵੀ ਸੰਘਰਸ਼ ਜਿਹੜਾ ਇੰਨਾ ਲੰਬਾ ਹੁੰਦਾ ਪੀਸਫੁਲ ਨਹੀਂ ਹੁੰਦਾ, ਵਾਇਲੈਂਸ ਆ ਜਾਂਦੀ ਹੈ। ਹੁਣ ਦੁਖਾਂਤ ਇਹ ਹੈ ਕਿ ਪਹਿਲਾਂ ਪੰਜਾਬ ਦੀ ਸਰਕਾਰ ਲਾਰੇ ਲਾਉਂਦੀ ਰਹੀ ਇਹਨਾਂ ਨੂੰ, ਕਿਸਾਨਾਂ ਨੂੰ, ਫਿਰ ਜਿਹੜਾ ਧੋਖਾ ਕੀਤਾ ਕਿਸਾਨਾਂ ਨੂੰ ਪੰਜਾਬ ਅਸੈਂਬਲੀ ਵਿੱਚ ਕਾਨੂੰਨ ਨੂੰ ਐਕਸੈਪਟ ਕਰਕੇ ਤਰਮੀਮ ਕਰਤੀ। ਇਹ ਤੋਂ ਵੱਡਾ ਧੋਖਾ ਕੋਈ ਨਹੀਂ ਸੀ ਹੋ ਸਕਦਾ, ਕਿਉਂਕਿ ਡਾਕਟਰ ਸਾਹਿਬ ਮੇਰੇ ਨਾਲ ਪਿਛਲੀ ਵਾਰ ਡਿਬੇਟ 'ਚ ਬੈਠੇ ਸੀ, ਜਿਹੜਾ ਇਹਨਾਂ ਨੇ ਸੈਕਸ਼ਨ 2 ਕਰਕੇ ਜਿਹਦੇ ਵਿੱਚ MSP ਸਿਰਫ ਕਣਕ ਤੇ ਚੌਲਾਂ ਤੇ ਰਹਿਣ ਦਿੱਤੀ ਹੈ, ਇਹ ਵੀ ਕਿਸਾਨੀ ਦਾ ਨੁਕਸਾਨ ਕਰਤਾ ਪੰਜਾਬ ਦੀ ਕਾਂਗਰਸ ਸਰਕਾਰ ਨੇ। ਦਿੱਲੀ ਦੀ ਸਰਕਾਰ ਤਾਂ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਉਜਾੜਨ ਤੇ ਆਈ ਹੋਈ ਹੈ। ਦੱਸੋ ਮੈਨੂੰ ਗੱਲ ਕਿ ਦਿੱਲੀ ਦੇ ਰੇਲਵੇ ਮਿਨਿਸਟਰ ਟੈਲੀਵਿਜ਼ਨ ਤੇ ਕਹਿ ਰਹੇ ਨੇ ਕਿ ਜਿਹੜਾ ਸਾਨੂੰ ਰੇਲਵੇਜ਼ ਦਾ ਨੁਕਸਾਨ ਹੋਇਆ ਹੈਗਾ 1200 ਕਰੋੜ ਦਾ, ਅਸੀਂ ਉਹ ਬਾਹਰਲੇ ਸੂਬਿਆਂ ਤੋਂ ਪੂਰਾ ਕਰ ਲਿਆ ਵੱਧ ਗੱਡੀਆਂ ਚਲਾ ਕੇ। ਮਤਲਬ ਉਹ ਪੰਜਾਬ ਦੇ ਨੁਕਸਾਨ ਨੂੰ ਪੈਸਿਆਂ 'ਚ ਗਿਣ ਰਹੇ ਆ। ਸੂਬੇ ਦੀ ਕੁਰਬਾਨੀ ਨੂੰ ਅੱਖਾਂ ਤੋਂ ਪਰੋਖੇ ਕਰਕੇ ਬਾਰਡਰ ਤੇ ਸ਼ਹੀਦ ਹੋਣ ਪੰਜਾਬੀ, ਦੇਸ਼ ਨੂੰ ਅੰਨ ਦੇਵੇ ਪੰਜਾਬ, ਦੇਸ਼ ਦੀ ਆਜ਼ਾਦੀ 95% ਕਰਾਵੇ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਸਰਕਾਰ। ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਪਾ ਰਹੇ ਹੋ, ਤੁਸੀਂ ਬੀਜੇਪੀ ਪਰ ਪਾ ਰਹੇ ਹੋ, ਤੁਹਾਨੂੰ ਵੀ ਘੇਰਦੇ ਨੇ ਤੇ ਸਿਆਸਤ ਤਾਂ ਕਿਤੇ ਨਾ ਕਿਤੇ ਹੋ ਰਹੀ ਹੈ। ਸੰਧੂ ਸਾਹਿਬ, ਇੱਕ ਛੋਟਾ ਜਿਹਾ ਕਮੈਂਟ, ਉਸ ਤੋਂ ਬਾਅਦ ਬ੍ਰੇਕ ਲੈਣੀ ਹੈ। ਬਣੀ ਸੰਧੂ ਜੀ, ਤੁਸੀਂ ਰਾਜਨੀਤੀ ਕੀਤੀ, ਇਸ ਕਰਕੇ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਨੇ। ਅਕਾਲੀ ਦਲ ਕਹਿ ਰਿਹਾ ਹੈ, ਬੀਜੇਪੀ ਕਹਿੰਦੀ ਹੈ, ਤੁਹਾਡੇ ਵੱਲ ਉਂਗਲਾਂ ਉੱਠਦੀਆਂ ਨੇ ਸੰਧੂ ਸਾਹਿਬ ਕਿ ਤੁਸੀਂ ਨਹੀਂ ਸਮੇਂ ਦੇ ਉੱਤੇ ਸੰਭਾਲਿਆ ਕੰਮ। ਦੇਖੋ, ਹਰਿਆਣਾ ਦੇ ਵਿੱਚ ਧਰਨੇ ਪ੍ਰਦਰਸ਼ਨ ਉਸ ਤਰੀਕੇ ਦੇ ਨਹੀਂ, ਉੱਥੇ ਟ੍ਰੇਨਾਂ ਚੱਲਦੀਆਂ ਨੇ, ਪੰਜਾਬ 'ਚ ਨਹੀਂ ਚੱਲ ਰਹੀਆਂ। ਦੇਖੋ ਆ ਬਾਦਲ ਦਲ ਵਾਲਿਆਂ ਨੂੰ ਤਾਂ اخلاقی ਤੌਰ ਤੇ ਕੋਈ ਇਸ ਗੱਲ ਤੇ ਕਮੈਂਟ ਕਰਨ ਦਾ ਹੱਕ ਹੀ ਨਹੀਂ ਹੈਗਾ। ਇਹ ਤਾਂ ਪੰਜਾਬ ਦੇ ਡੈਥ ਵਾਰੰਟ ਤੇ, ਕਿਸਾਨਾਂ ਦੇ ਡੈਥ ਵਾਰੰਟ ਤੇ ਇਹਨਾਂ ਨੇ ਸਾਈਨ ਕੀਤੇ ਨੇ ਕਿ ਕਾਂਗਰਸ ਨੇ ਕੀਤੇ ਨੇ। اخلاقی ਤੌਰ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਇਹਨਾਂ ਨੂੰ ਤਾਂ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਹੈ, ਘਰ ਬੈਠਣ। ਇਹ ਦੂਜਿਆਂ ਤੇ ਇਲਜ਼ਾਮ ਦੇ ਰਹੇ ਨੇ, ਕਮਾਲ ਹੈ ਇਹਨਾਂ ਦੀ। ਆਰਡੀਨੈਂਸਾਂ ਤੇ ਸਾਈਨ ਕਿਹਨੇ ਕੀਤੇ ਨੇ? ਠੀਕ ਹੈ, ਅਸੀਂ ਅਸਤੀਫਾ ਦੇ ਕੇ ਆਏ ਹਾਂ, ਅਸੀਂ ਐਨਡੀਏ ਛੱਡੀ ਹੈ, ਹਰਿਆਣਾ 'ਚ ਕਹਿੰਦੇ ਹਰਿਆਣਾ 'ਚ ਨਹੀਂ ਹੁੰਦਾ ਪ੍ਰਦਰਸ਼ਨ। ਤੁਸੀਂ ਕਰੋਗੇ, ਅਸੀਂ ਕਰੀਏ ਇਸਤੀਫਾ ਪੰਜਾਬ ਨੂੰ ਤੁਸੀਂ ਪਤਾ ਲੱਗ ਗਿਆ ਵੀ ਪੰਜਾਬ ਅਸੀਂ ਕਰੀਏ, ਦਿਓ ਅਸਤੀਫਾ, ਸਰਕਾਰ ਦੇਵੇ ਅਸਤੀਫਾ। ਸ਼ਰਮ ਹੋਣੀ ਚਾਹੀਦੀ, ਕਿਉਂ ਨਾ ਦਿੰਦੀ? ਆਓ ਜੱਟਾਂ ਦੇ ਨਾਲ ਥੋੜਾ ਜਿਵੇਂ ਅਸੀਂ ਅਸਤੀਫਾ ਦਿੱਤਾ, ਦਿਓ ਅਸਤੀਫਾ। ਜਿਵੇਂ ਅਸੀਂ ਖੜੇ ਆ, ਤੁਸੀਂ ਤਾਂ ਕਰੋ ਵਾਕ ਆਊਟ ਪਾਰਲੀਮੈਂਟ 'ਚੋਂ, ਵੋਟ ਵੀ ਨਾ ਉਲਟ ਪਾਓ। ਇਹ ਕਿਰਦਾਰ ਹੈ ਤੁਹਾਡਾ। ਗੌਰਵ ਜੀ, ਜਾਂ ਤਾਂ ਮੈਨੂੰ ਬੋਲ ਲੈਣ ਦਿਓ ਜਾਂ ਇਹਨਾਂ ਨੂੰ। ਫਿਰ ਲਫ਼ਜ਼ ਠੀਕ ਵਰਤੋ, ਆਪਣੀ ਬੋਲੀ ਠੀਕ ਹੈ। ਸੰਧੂ ਸਾਹਿਬ, ਤੁਹਾਡੇ ਕੋਲ ਵਾਪਸ ਆਉਣਾ, ਮੈਨੂੰ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ, ਸਭ ਮੈਂ ਵਾਪਸ ਆਉਣਾ। ਮੈਂ ਵਾਪਸ ਆਉਣਾ ਬ੍ਰੇਕ ਤੋਂ ਬਾਅਦ। ਇਸ ਚਰਚਾ ਨੂੰ ਆਪਾਂ ਅੱਗੇ ਵਧਾਵਾਂਗੇ। ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ। ਸਾਡੇ ਨਾਲ ਦਰਸ਼ਨਪਾਲ ਜੀ ਜੁੜੇ ਹੋਏ ਨੇ। ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸ਼ੁਰੂਆਤ ਅਗਲੇ ਸੈਗਮੈਂਟ ਦੀ ਮੈਂ ਤੁਹਾਡੇ ਤੋਂ ਹੀ ਕਰਾਂਗਾ ਤੇ ਸਰੀਨ ਸਾਹਿਬ ਤੋਂ ਕਰਾਂਗਾ। ਛੋਟੇ ਜਿਹੇ ਬ੍ਰੇਕ ਲਈ ਰੁਕਨੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਕਿਸਾਨਾਂ ਦੇ ਮੁੱਦੇ ਉੱਤੇ, ਕਿਉਂਕਿ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਮੈਂ ਇਸ ਸੈਗਮੈਂਟ ਦੀ ਸ਼ੁਰੂਆਤ ਕਰਦਾ ਇੱਕ ਵਾਰ ਫਿਰ ਤੋਂ। ਸਾਡੇ ਨਾਲ ਡਾਕਟਰ ਦਰਸ਼ਨਪਾਲ ਜੀ ਹੈਗੇ ਨੇ। ਦਰਸ਼ਨਪਾਲ ਜੀ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚ ਤਾਂ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਤੁਹਾਡਾ ਕਮੈਂਟ ਜ਼ਰੂਰ ਚਾਹੂੰਗਾ, ਕਿਉਂਕਿ ਮੁੱਖ ਮੰਤਰੀ ਕਹਿ ਰਹੇ ਸੀ ਕਿ ਉਹਨਾਂ ਨੂੰ ਨਿਰਾਸ਼ਾ ਹੋਈ ਹੈ। ਉਹਨਾਂ ਨੂੰ ਉਮੀਦ ਸੀ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨ ਢਿੱਲ ਦੇਣਗੇ, ਪਰ ਤੁਸੀਂ
ਤਾਂ ਹੋਰ ਜ਼ਿਆਦਾ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਸਖਤੀ ਜਾਂ ਕਹੀਏ ਕਿ ਪ੍ਰਦਰਸ਼ਨ ਹੋਰ ਪ੍ਰਦਖਾ ਕਰਨ ਜਾ ਰਹੇ ਹੋ? दर्शनपाल जी, मेरी आवाज आ रही है सर? ठीक है, ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਮੈਂ ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਉਹਨਾਂ ਦਾ ਰੁਖ ਕਰਦਾ। ਸਰੀਨ ਸਾਹਿਬ ਤੁਹਾਡਾ ਰੁਖ ਕਰਾਂਗਾ। ਸਰੀਨ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸਰ। ਪੰਜਾਬ ਦੀ ਆਰਥਿਕ ਨਾਕੇਬੰਦੀ ਹੋ ਰਹੀ ਹੈ, ਕੋਈ ਬੀਜੇਪੀ ਕੋਲ ਪਲਾਨ ਹੈ? ਉਮੀਦ ਕਰੀਏ ਕਿ 26 ਤਰੀਕ ਤੋਂ ਪਹਿਲਾਂ ਕੋਈ ਗੱਲਬਾਤ ਹੋ ਜਾਏਗੀ ਤੇ ਇਹ ਪ੍ਰਦਰਸ਼ਨ ਨਹੀਂ ਹੋਏਗਾ। ਜੇ ਰੋਡਸ ਬਲੌਕ ਹੋ ਗਈਆਂ ਤਾਂ ਕਿੰਨੀ ਵੱਡੀ ਦਿੱਕਤ ਹੋਏਗੀ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸਰੀਨ ਸਾਹਿਬ, ਨਜ਼ਰਾਂ ਹੁਣ ਤੁਹਾਡੇ ਉੱਤੇ ਨੇ, ਪੰਜਾਬ ਬੀਜੇਪੀ ਦੇ ਉੱਤੇ ਇੱਕ ਵਾਰ ਫਿਰ ਤੋਂ ਹੈਗੀਆਂ ਨੇ ਕਿ ਪੰਜਾਬ ਬੀਜੇਪੀ ਕੀ ਕਰਦੀ ਹੈ ਇਸ ਸਮੇਂ ਪੰਜਾਬ ਦੇ ਹਿੱਤਾਂ ਦੇ ਲਈ। ਤੁਸੀਂ ਚਿੰਤਾ ਨਾ ਕਰੋ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਰ ਕਿਸਾਨ, ਨੌਜਵਾਨ, ਹਰ ਨਾਗਰਿਕ ਦੇ ਲਈ ਚਿੰਤਾ ਰੱਖਦੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ। ਮੇਰੇ ਤੋਂ ਪਹਿਲਾਂ ਹੁਣੀ ਅਕਾਲੀ ਦਲ ਦੇ ਬੁਲਾਰੇ ਬੋਲ ਰਹੇ ਸੀ, ਇੱਕ ਤਾਂ ਮੈਂ ਇੱਡੀ ਉੱਚੀ ਬੋਲ ਕੇ ਅਸੀਂ ਕਿਸੇ ਪਾਰਟੀ ਤੇ ਇਲਜ਼ਾਮ ਲਾਣਾ, ਅਸੀਂ ਆਰਾਮ ਨਾਲ ਗੱਲ ਕਰ ਰਹੇ ਹਾਂ, ਆਰਾਮ ਨਾਲ ਹੀ ਕਰਨੀ ਚਾਹੀਦੀ। ਔਰ ਜਿਹੜੇ ਲਫ਼ਜ਼ ਅਕਾਲੀ ਦਲ ਦੇ ਮੇਰੇ ਸਾਥੀ ਨੇ ਕੇਂਦਰ ਸਰਕਾਰ ਦੇ ਪ੍ਰਤੀ ਵਰਤਿਆ, ਮੈਂ ਸਮਝਦਾ ਉਹਨਾਂ ਨੂੰ ਇਹੋ ਜਿਹੇ ਸ਼ਬਦ ਵਰਤਣ ਦਾ ਕੋਈ ਅਧਿਕਾਰ ਨਹੀਂ ਹੈ। ਜਿਤਨਾ ਸਤਿਕਾਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਦਿੱਤਾ ਸੀ, ਮੈਨੂੰ ਲੱਗਦਾ ਹੈ ਉਹਨਾਂ ਨੂੰ ਉਹ ਸਤਿਕਾਰ ਪਚਿਆ ਨਹੀਂ। ਦੂਸਰਾ, ਜਿਹੜੇ ਅੱਜ ਇਹ ਹਾਲਾਤ ਬਣੇ ਆ ਪੰਜਾਬ ਦੇ, ਅੱਜ ਪੰਜਾਬ ਦੇ ਕਿਸਾਨ, ਨੌਜਵਾਨ, ਸ਼ਹਿਰੀ ਵਪਾਰੀ, ਜਿਹੜੇ ਇੰਡਸਟਰੀਲਿਸਟ ਹੈ, ਜਿਹੜੇ ਟੈਕਸ ਦਿੰਦੇ ਆ, ਜਿਨ੍ਹਾਂ ਤੋਂ ਕਾਫੀ ਕੁਝ ਦੇਸ਼ ਦਾ ਪੰਜਾਬ ਦੀ ਇਕਨੋਮੀ ਚੱਲਦੀ, ਉਹ ਵੀ ਪਰੇਸ਼ਾਨ ਹੈ। ਕਾਂਗਰਸ ਪਾਰਟੀ ਦੀ ਦੇਣ ਹੈ ਔਰ ਇਹ ਦੋਨੋਂ ਲੋਕ ਭੱਜ ਨਹੀਂ ਸਕਦੇ, ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਪੰਜਾਬ ਦੀ ਜਨਤਾ ਇਹਨਾਂ ਨੂੰ ਦੇਖ ਰਹੀ ਹੈ। ਇਹਨਾਂ ਨੇ ਇਸ ਸਾਰੀ ਐਜੀਟੇਸ਼ਨ ਦੇ ਵਿੱਚ ਕਿਸਾਨ ਤੁਸੀਂ ਆਪ ਉਸ ਦਾ ਜ਼ਿਕਰ ਕਰ ਦਿੱਤਾ ਨਾ, ਕੋਈ ਇੰਡਸਟਰੀਲਿਸਟ ਪਰੇਸ਼ਾਨ ਹੋ ਰਿਹਾ ਹੈ। ਜੇ ਕੋਈ ਇੰਡਸਟਰੀ 'ਚ ਲੇਬਰ ਕੰਮ ਕਰਦੀ ਹੈ ਉਹ ਪਰੇਸ਼ਾਨ ਹੋ ਰਹੀ ਹੈ, ਜਵਾਬਦੇਹੀ ਕਿਸ ਦੀ ਹੈ ਸਰ? ਪੰਜਾਬ ਸਰਕਾਰ ਦੀ ਜਾਂ ਤੁਹਾਡੀ ਹੈਗੀ ਹੈ ਜਾਂ ਕੇਂਦਰ ਸਰਕਾਰ ਦੀ ਹੈਗੀ? ਸਿਰਫ ਪੰਜਾਬ ਸਰਕਾਰ ਦੀ ਹੈ। ਗੌਰਵ ਜੀ, ਅੱਜ ਰੇਲਾਂ ਬੰਦ ਹੈ। ਮੈਂ ਤੁਹਾਨੂੰ ਅੱਜ ਰੇਲਾਂ ਬੰਦ ਹੈ। ਰੇਲਾਂ ਇਹਨਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਬੰਦ ਕਰਾਈਆਂ। ਅੱਜ ਰੇਲਾਂ ਬੰਦ ਹੋਣ ਦੇ ਨਾਲ ਜਿੱਥੇ ਗੁਡਸ ਦੇ ਕਾਰਨ ਪਰੇਸ਼ਾਨੀਆਂ, ਗਰੀਬ ਬੰਦਾ ਜਿਹੜਾ ਜਲੰਧਰ ਤੋਂ ਫਿਰੋਜ਼ਪੁਰ ਜਾਂਦਾ ਸੀ ਉਹਦੇ 15 ਰੁਪਏ DMU ਟ੍ਰੇਨ 'ਚ ਲੱਗਦੇ ਸੀ, ਅੱਜ ਬੱਸ ਦੇ ਉੱਤੇ 100 ਰੁਪਇਆ ਲੱਗਦਾ ਹੈ। ਉਹ ਗਰੀਬ ਬੰਦਾ ਜਿਹੜਾ ਟ੍ਰੇਨਾਂ 'ਚ ਸਫ਼ਰ ਕਰਦਾ ਸੀ ਉਹ ਵੀ ਪਰੇਸ਼ਾਨ ਹੈ ਔਰ ਇਹਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ। ਬੜਾ ਵਧੀਆ ਲੱਗ ਰਿਹਾ ਤੁਸੀਂ ਲੋਕਾਂ ਦੀ ਇੰਨਾ ਗਹਿਰਾਈ ਦੇ ਨਾਲ ਇਸ ਦਾ ਜ਼ਿਕਰ ਕਰ ਰਹੇ ਹੋ ਕਿ ਉਹ 15 ਰੁਪਏ ਵਾਲੇ ਨੂੰ 100 ਰੁਪਏ ਖਰਚਣੇ ਪੈ ਰਹੇ ਆ, ਸਮਝ ਆ ਰਹੀ ਹੈ। ਪਰ ਸਰ ਇਹ ਵੀ ਲੋਕਾਂ ਨੂੰ ਸਮਝਾਓ ਕਿ ਤੁਸੀਂ ਪੰਜਾਬ ਸਰਕਾਰ ਨੂੰ ਕਿਵੇਂ ਸਿਰਫ ਦੋਸ਼ੀ ਦੱਸਦੇ ਹੋ? ਕੇਂਦਰ ਦੀ ਸਰਕਾਰ ਜੇਕਰ ਬਿੱਲ ਵਾਪਸ ਲੈ ਲੇ ਤਾਂ ਪੰਜਾਬ ਦੀ ਸਰਕਾਰ ਜਿੰਨਾ ਮਰਜ਼ੀ ਗੁੰਮਰਾਹ ਕਰੀ ਜਾਵੇ, ਤੁਹਾਡੇ ਗੇਂਦ ਪਾਲੇ ਦੇ ਵਿੱਚ ਹੈ। ਹਾਂਜੀ, ਮੈਂ ਕਿਹਾ ਜੀ ਅਸੀਂ ਤਾਂ ਕਿਸਾਨਾਂ ਦੇ ਲਈ ਦਿੱਲੀ ਦਰਬਾਰ ਤੁਸੀਂ ਜੇ ਕੇਂਦਰ ਦੀ ਸਰਕਾਰ ਬਿੱਲ ਰੱਦ ਕਰ ਦੇਵੇ, ਕਿਸਾਨਾਂ ਦੀ ਮੰਗ ਮੰਨ ਲਵੇ, ਤਾਂ ਫਿਰ ਪੰਜਾਬ ਸਰਕਾਰ ਕੀ ਲੱਗੇਗੀ ਵਿੱਚ? ਪੰਜਾਬ ਸਰਕਾਰ ਜੋ ਮਰਜ਼ੀ ਬੋਲਦੀ ਰਹੇ, ਫਿਰ ਤਾਂ ਟ੍ਰੇਨਾਂ ਖੁੱਲ ਜਾਣਗੀਆਂ। ਜਿਹੜਾ ਕੋਈ ਕਾਨੂੰਨ, ਗੌਰਵ ਜੀ ਮੇਰੇ ਤੋਂ ਪਹਿਲਾਂ ਕਿਸਾਨ ਨੇਤਾ ਸਾਡੇ ਭਰਾ ਬੋਲੇ ਸੀਗੇ, ਉਹਨਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ ਸਾਡੀ ਗੱਲਬਾਤ ਸ਼ੁਰੂ ਹੋਈ। ਇਹ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਪਹਿਲਾਂ ਹੀ ਬਣਿਆ ਹੋਇਆ ਸੀ ਔਰ 6 ਦਿਨ ਪਏ ਹੈ। ਮੈਨੂੰ ਇਹਦੇ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 6 ਦਿਨ ਪਏ ਆ, ਇਹਦੇ ਉੱਤੇ ਬਹੁਤ ਵਧੀਆ ਹੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਆਏਗਾ। ਜਿੱਥੋਂ ਤੱਕ ਗੱਲ ਰਹੀ ਐਜੀਟੇਸ਼ਨਾਂ ਦੀ, ਕੋਈ ਵੀ ਸਰਕਾਰ ਔਰ ਮੋਦੀ ਸਰਕਾਰ ਨੇ ਪੂਰੇ ਤੁਸੀਂ ਦੇਖ ਲਓ 6 ਸਾਲਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਐਜੀਟੇਸ਼ਨ, ਕਰਪਸ਼ਨ ਕੁਝ ਨਹੀਂ ਹੋਣ ਦਿੱਤੀ। ਔਰ ਇਹ ਵੀ ਅਸੀਂ ਐਜੀਟੇਸ਼ਨ ਜਿਹੜਾ ਹੈ ਸਦਭਾਵਨਾ ਨਾਲ, ਸਹਿਯੋਗ ਨਾਲ, ਇਹਨਾਂ ਦੀ ਗੱਲ ਸੁਣ ਕੇ ਕਿਸਾਨ ਭਰਾ, ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗੇ, ਅਸੀਂ ਸਭ ਨੂੰ ਨਾਲ, ਕਿਉਂਕਿ ਸਾਡੀ ਪਾਰਟੀ ਦਾ ਮੂਲ ਮੰਤਰ ਹੈ ਸਬਕਾ ਸਾਥ, ਸਬਕਾ ਵਿਕਾਸ ਔਰ ਸਭ ਤੋਂ ਵੱਡੀ ਗੱਲ ਸਬਕਾ ਵਿਸ਼ਵਾਸ। ਠੀਕ ਹੈ ਸਰੀਨ ਸਾਹਿਬ, ਅਸੀਂ ਸਭ ਦੇ ਵਿਸ਼ਵਾਸ ਨਾਲ ਚੱਲਣਾ ਹੈ। ਦੇਖੋ ਸਾਨੂੰ ਬਾਰ-ਬਾਰ ਕਹਿਣਾ ਪੈ ਰਿਹਾ ਹੈ ਤੁਹਾਨੂੰ, ਅਸੀਂ ਨਹੀਂ ਤੁਸੀਂ ਆਪਣਾ ਪੱਖ ਰੱਖ ਰਹੇ ਹੋ। ਦੇਖੋ ਮੈਂ ਪਿਛਲੇ 2 ਮਹੀਨੇ ਤੋਂ ਰੋਜ਼ਾਨਾ ਆਪਾਂ ਡਿਬੇਟ ਕਰਦੇ ਹਾਂ, ਅਸੀਂ ਨਿਊਜ਼ 18 ਪੰਜਾਬ ਦੇ ਉੱਤੇ ਰੋਜ਼ਾਨਾ ਡਿਬੇਟ ਕਰਦੇ ਹਾਂ। ਜੇ 2 ਮਹੀਨੇ ਮੈਂ ਪਿਛਲੇ ਗੱਲ ਕਰਾਂ ਨਾ, 60 ਦਿਨ ਡਿਬੇਟ ਕੀਤੀ ਮੈਂ, ਉਸ ਦੇ ਵਿੱਚੋਂ 50-55 ਦਿਨ ਕਿਸਾਨਾਂ ਦੇ ਨਾਮ ਦੇ ਉੱਤੇ ਕੀਤੀ ਹੈ ਔਰ 50-55 ਡਿਬੇਟਸ ਦੇ ਵਿੱਚ ਬੀਜੇਪੀ ਦੇ ਆਗੂ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਬੇਫਿਕਰ ਰਹੋ, ਇਹ ਪੂਰਾ ਮਸਲਾ ਹੱਲ ਕਰ ਦੇਵਾਂਗੇ। ਸਰ ਆਲਰੇਡੀ 2 ਮਹੀਨੇ ਹੋ ਚੁੱਕੇ ਨੇ, ਇਸ ਕਰਕੇ ਸਵਾਲ ਉੱਠਦੇ ਨੇ। ਮੈਂ ਚਲੋ ਤੁਹਾਡੇ ਕੋਲ ਵਾਪਸ ਆਉਣਾ ਹੈ। ਗਰੇਵਾਲ ਸਾਹਿਬ ਤੁਹਾਡਾ ਕਮੈਂਟ। ਮਤਲਬ ਕਿਸਾਨਾਂ ਦੇ ਨਾਲ ਸਿਰਫ 7 ਦਿਨ ਤੋਂ ਗੱਲਬਾਤ ਟੇਬਲ ਟਾਕ ਸ਼ੁਰੂ ਹੋਈ ਹੈ। 13 ਤਰੀਕ ਨੂੰ
13 ਤਰੀਕ ਤੋਂ ਗੱਲ ਸ਼ੁਰੂ ਹੋਈ ਹੈ, ਹਲੇ 7 ਦਿਨ ਨਹੀਂ ਸਰ, ਪਹਿਲੀ ਟਾਕ ਸੀ 14 ਅਕਤੂਬਰ ਨੂੰ। ਮੈਂ ਦੱਸ ਰਿਹਾ ਸਰ ਤੁਹਾਨੂੰ, ਮੈਨੂੰ ਯਾਦ ਹੈ 14 ਅਕਤੂਬਰ ਨੂੰ ਪਹਿਲੀ ਟਾਕ ਦਿੱਲੀ ਬੁਲਾਏ ਗਏ। ਦੂਜੀ ਟਾਕ ਜਿਹੜੀ ਹੋਈ ਹੈ ਉਹ 13 ਨਵੰਬਰ ਨੂੰ ਹੋਈ ਹੈ। ਪੂਰੇ 1 ਮਹੀਨੇ ਦੇ ਵਕਫੇ ਤੋਂ ਬਾਅਦ ਮੈਂ ਤੁਹਾਡੇ ਕੋਲ ਆਉਣਾ, ਸਰੀਨ ਜੀ ਤੁਹਾਡੇ ਕੋਲ ਆਉਣਾ, ਤੁਸੀਂ ਜ਼ਰੂਰ ਆਪਣਾ ਪੱਖ ਰੱਖਿਓ। ਗਰੇਵਾਲ ਸਾਹਿਬ ਤੁਹਾਡਾ ਕਮੈਂਟ ਚਾਹੂੰਗਾ, ਕਿਉਂਕਿ ਤੁਹਾਡੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਜਿਹੜੇ ਸ਼ਬਦਾਂ ਦਾ ਇਸਤੇਮਾਲ ਅੱਜ ਬੀਜੇਪੀ ਦੇ ਲਈ ਕਰ ਰਹੇ ਹੋ ਨਾ, ਚੰਗਾ ਨਹੀਂ ਲੱਗਦਾ ਬੀਜੇਪੀ ਨੂੰ। ਉਹ ਕਹਿ ਰਹੇ ਅਸੀਂ ਤੁਹਾਨੂੰ ਬੜਾ ਮਾਨ ਸਤਿਕਾਰ ਦਿੱਤਾ, ਤੁਸੀਂ ਅੱਜ ਬਿਲਕੁਲ ਲਿਹਾਜ਼ ਨਹੀਂ ਕਰ ਰਹੇ। ਇੱਕ ਗੱਲ ਹੈ, ਪੋਲਿਟਿਕਸ 'ਚ ਕੋਈ ਮਰਜ਼ੀ ਨਹੀਂ ਕਰਦਾ। ਇਹ ਜਦ ਪਹਿਲੀ ਵਾਰ ਪੰਜਾਬ 'ਚ 67 ਵਿੱਚ ਬੀਜੇਪੀ ਦੇ ਉਦੋਂ ਭਾਰਤੀ ਜਨਸੰਘ ਸੀਗਾ, 2 ਵਜ਼ੀਰ ਬਣੇ ਸੀ, ਤੇ ਇਹਨਾਂ ਨੂੰ ਪੁੱਛੋ ਇਹਨਾਂ ਦੀ 104 ਚੋਂ ਗਿਣਤੀ ਕਿੰਨੀ ਸੀ? 3। ਅਕਾਲੀ ਦਲ ਨੇ ਤਾਂ ਇਹਨਾਂ ਨੂੰ ਹਮੇਸ਼ਾ ਖੈਰ ਪਾਈ ਹੈ। ਇਹ ਹੁਣ ਅੱਜ ਅਕਾਲੀ ਦਲ ਨੂੰ ਕਹਿੰਦੇ ਆ ਕਿ ਅਕਾਲੀ ਦਲ ਨੂੰ ਕੋਈ ਫੇਵਰ ਕੀਤੀ ਹੈ। ਮੈਂ ਹੁਣ ਜਿਹੜੀ ਗੱਲ ਕਰਨੀ ਚਾਹੁੰਦਾ ਗੌਰਵ ਜੀ, ਇੱਕ ਗੱਲ ਧਿਆਨ ਨਾਲ ਸੁਣਨਾ, ਬੜੀ ਗਿਣੀ ਮਿੱਥੀ ਸਾਜ਼ਿਸ਼ ਨਾਲ ਦਿੱਲੀ ਦੀ ਸਰਕਾਰ, ਮੋਦੀ ਸਰਕਾਰ ਪੰਜਾਬ ਨੂੰ ਤਬਾਹ ਕਰਨ ਆਈ ਆ। ਅੱਜ ਪੰਜਾਬ ਦੇ ਪੇਪਰਾਂ ਦੇ ਪੜ੍ਹ ਲਓ, ਜਿਹੜਾ ਝੋਨਾ ਪੰਜਾਬ ਵਿੱਚ ਇੱਕ ਕਰਕੇ ਸਰ, ਇੱਕ ਕਰਕੇ ਗਰੇਵਾਲ ਸਾਹਿਬ ਨੂੰ ਕੰਪਲੀਟ ਕਰ ਲੈਣ ਤੋਂ ਬੜਾ ਸਕੂਨ ਨਾਲ ਸੁਣ ਰਹੇ ਸੀ ਤੁਹਾਡੀਆਂ ਨਾਕਾਮੀਆਂ। ਗਰੇਵਾਲ ਸਾਹਿਬ ਤੁਸੀਂ ਕੰਪਲੀਟ ਕਰੋ। ਜਿਹੜਾ ਪੰਜਾਬ ਵਿੱਚ ਝੋਨਾ ਵਿਕਿਆ, ਉਹਦੇ ਚੋਂ 10,000 ਕਰੋੜ ਰੁਪਏ ਦਾ ਝੋਨਾ ਬਾਹਰ ਤੋਂ ਆ ਕੇ ਵਿਕਿਆ। ਇਹ ਕੀ ਮੂਵ ਹੈ ਕਿ ਅਲਟੀਮੇਟਲੀ ਐਮਐਸਪੀ ਨੂੰ ਖਤਮ ਕਰਨ ਲਈ ਇਹ ਪਹਿਲਾ ਕਦਮ ਹੈ ਕਿ ਬਾਹਰਲੇ ਸੂਬਿਆਂ ਤੋਂ ਇੱਥੇ ਆਉਣ ਦਿਓ, ਤੇ ਮੁੜ ਕੇ ਕਹਿਣਗੇ ਜੀ ਕਿ ਐਮਐਸਪੀ ਪੰਜਾਬ ਲਈ ਸੀਗੀ ਤੇ ਇੱਥੇ ਤਾਂ ਸਾਰੇ ਹਿੰਦੁਸਤਾਨ ਦਾ ਝੋਨਾ ਆਉਣ ਲੱਗ ਪਿਆ, ਇੱਥੇ ਐਮਐਸਪੀ ਬੰਦ ਕਰੋ। ਇਹ ਗਿਣੀ ਮਿੱਥੀ ਸਾਜ਼ਿਸ਼ ਤਹਿਤ ਡੀਪ ਰੂਟਡ ਕਨਸਪੀਰੇਸੀ ਹੈ। ਪੰਜਾਬ ਨੂੰ ਇਹ ਬੈਗਰ ਬਣਾਉਣਾ ਚਾਹੁੰਦੇ ਆ, ਪੰਜਾਬ ਨੂੰ ਇਹ ਤਬਾਹ ਕਰਨਾ ਚਾਹੁੰਦੇ ਆ, ਤੇ ਉਹਦੇ ਵਿੱਚ ਜਿਹੜੀ ਕਾਂਗਰਸ ਨੇ ਸਹਾਇਤਾ ਕੀਤੀ ਹੈ, ਗੁਨਾਹ ਉਹਨਾਂ ਨੇ ਵੀ ਬੇਇੱਜ਼ਤ ਕੀਤਾ ਹੈਗਾ। ਦੇਖੋ ਬਹੁਤ ਵੱਡੀ ਗੱਲ ਹੈ। ਇੱਕ ਪਾਸੇ ਕਾਂਗਰਸ, ਠੀਕ ਹੈ, ਤੁਸੀਂ ਗਰੇਵਾਲ ਸਾਹਿਬ ਜਿਹੜੀ ਮਿੱਥੀ ਸਾਜ਼ਿਸ਼ ਅਕਾਲੀ ਦਲ ਨੂੰ ਕਾਂਗਰਸ ਤੇ ਬੀਜੇਪੀ ਦੀ ਨਜ਼ਰ ਆ ਰਹੀ ਹੈ। ਬਿਲਕੁਲ। ਦੇਖੋ, ਜੇ ਤੁਸੀਂ ਅਸੈਂਬਲੀ 'ਚ ਕਾਂਗਰਸ ਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਅਸੀਂ ਇਹ ਬਿੱਲ ਗੈਰ ਕਾਨੂੰਨੀ ਹੈ, ਇਹਨਾਂ ਨੂੰ ਰਿਜੈਕਟ ਕਰਦੇ ਆ, ਬੜੀ ਵਧੀਆ ਗੱਲ ਸੀ। ਉਸ ਤੋਂ ਬਾਅਦ ਕਰਨਾ ਚਾਹੀਦਾ ਸੀਗਾ ਕਿ ਇਹ ਅਸੈਂਬਲੀ ਮੰਗ ਕਰਦੀ ਹੈ ਕਿ ਦਿੱਲੀ ਐਮਐਸਪੀ ਨੂੰ ਸਟੈਚੂਟਰੀ ਪਾਵਰ ਦੇਵੇ, ਤੇ ਕਰ ਲਾ ਪਏ ਉਹ ਬੜੇ ਹੋਏ ਕਾਨੂੰਨਾਂ 'ਚ ਅਮੈਂਡਮੈਂਟ, ਠੀਕ ਹੈ, ਠੀਕ, ਉਹਨਾਂ ਨੂੰ ਐਕਸੈਪਟ ਕਰਕੇ, ਮਤਲਬ ਕਿਸਾਨੀ ਦੀ ਪਿੱਠ ਛੁਰਾ ਵੀ ਮਾਰਿਆ ਇਹਨਾਂ ਨੇ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਗਰੇਵਾਲ ਸਾਹਿਬ ਵਾਪਸ ਆਉਣਾ। ਸਾਡੇ ਨਾਲ ਦਰਸ਼ਨਪਾਲ ਜੀ ਦੁਬਾਰਾ ਜੁੜ ਚੁੱਕੇ ਨੇ, ਫੋਨ ਲਾਈਨ ਦੇ ਉੱਤੇ ਨੇ, ਕਿਸਾਨ ਆਗੂ ਨੇ। ਦਰਸ਼ਨਪਾਲ ਜੀ, ਮੈਂ 2 ਚੀਜ਼ਾਂ ਛੋਟੀਆਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਪਹਿਲੀ, ਮੁੱਖ ਮੰਤਰੀ ਨਿਰਾਸ਼ਾ ਜਤਾਉਂਦੇ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਬੜੀ ਉਮੀਦ ਸੀ ਸਾਨੂੰ ਕਿ ਕਿਸਾਨ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੇਲਾਂ ਖੋਲ ਦੇਣਗੇ, ਪਰ ਤੁਸੀਂ ਨਹੀਂ ਖੋਲੀਆਂ। ਦੂਸਰੀ ਗੱਲ ਕਿਹੜੀ ਹੈ ਜੀ? ਦੂਜੀ ਇਹ ਕਿ ਜੇ ਤੁਸੀਂ ਧਰਨਾ ਪ੍ਰਦਰਸ਼ਨ ਸ਼ੰਭੂ ਬੈਰੀਅਰ ਜਾਂ ਕਿਤੇ ਹੋਰ ਲਗਾਉਂਦੇ ਹੋ, ਤਾਂ ਕਿ ਆਮ ਲੋਕਾਂ ਦੇ ਲਈ ਰੋਡ ਨੂੰ ਬਲੌਕ ਕਰ ਦਿੱਤਾ ਜਾਏਗਾ। ਕੋਈ ਦਿੱਲੀ ਜਾਣਾ ਚਾਹੁੰਦਾ ਆਪਣੇ ਪਰਿਵਾਰ ਦੇ ਕੋਲ, ਜਾਂ ਦਿੱਲੀ 'ਚ ਜਿਹੜੇ ਲੋਕ ਪੰਜਾਬੀ ਕੰਮ ਕਰਦੇ ਨੇ ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਰੋਕਿਆ ਜਾਏਗਾ। ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਮੈਂ ਜਿਹੜੀ ਤੁਹਾਡੀ ਬਹਿਸ ਸੁਣ ਨਹੀਂ ਰਿਹਾ, ਲੇਕਿਨ ਤੁਹਾਡੇ ਸ਼ਬਦਾਂ ਤੋਂ ਮੈਨੂੰ ਆ ਰਿਹਾ ਕਿ ਇਹ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ, ਬੀਜੇਪੀ ਤੇ ਕਾਂਗਰਸ ਤੇ ਅਕਾਲੀ, ਇਹ ਤੁਹਾਡੇ ਨਾਲ ਬਹਿਸ ਕਰ ਰਹੇ ਨੇ ਕਿਸਾਨਾਂ ਦੇ ਮਸਲਿਆਂ ਤੇ, ਕਿਸਾਨਾਂ ਦੇ ਮੁੱਦਿਆਂ ਤੇ ਕਰਦੇ। ਕਿਸਾਨ ਸਾਡੇ ਸੰਘਰਸ਼ ਤੇ ਸਾਡੀ ਏਕਤਾ ਬਾਰੇ ਕਰ ਰਹੇ ਨੇ। ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਅਸਲ 'ਚ ਕਿਸਾਨਾਂ ਦੇ ਮੁੱਦਿਆਂ ਨੂੰ ਤੇ ਕਿਸਾਨਾਂ ਦੇ ਸੰਘਰਸ਼ ਨੂੰ, ਕਿਸਾਨ ਜਥੇਬੰਦੀਆਂ ਨੂੰ ਕੇਂਦਰ 'ਚ ਰੱਖ ਕੇ ਤੁਸੀਂ ਆਪਸ 'ਚ ਇਹ ਵਿਚਾਰਾਂ ਕਰੋ ਵੀ ਕਿਵੇਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਅਸੀਂ ਗੱਲ ਕਰਨੀ ਹੈ। ਇਹ ਇੱਕ ਦੂਸਰੇ ਨੂੰ ਠਿੱਬੀ ਲਾਉਣ ਲਈ ਸਾਡੇ ਕਿਸਾਨਾਂ ਦੇ ਸੰਘਰਸ਼ ਦਾ ਨਾਂ ਲੈ ਕੇ ਤੇ ਉਹ ਦੋਸ਼ ਪ੍ਰਤੀਦੋਸ਼ ਕਰੀ ਜਾਂਦੇ ਨੇ। ਇਹਦੇ ਨਾਲ ਨਾ ਲੋਕਾਂ ਦਾ ਸਬਰਦਾ, ਨਾ ਸਾਡੇ ਕਿਸਾਨਾਂ ਦਾ ਸਬਰਦਾ, ਨਾ ਸਾਡੇ ਪੰਜਾਬੀਆਂ ਦਾ ਸਬਰਦਾ। ਇਹ ਪਾਰਟੀਆਂ ਜਿਨ੍ਹਾਂ ਨੇ ਮਤਲਬ ਕਿ ਆਪਸ ਵਿੱਚ ਵਿਰੋਧ ਕਰਨ, ਇਹ ਸਾਡੇ ਕਰਨ, ਲੇਕਿਨ ਕਰਨ ਢੰਗ ਨਾਲ ਜਿਹਦੇ ਨਾਲ ਸਾਡੇ ਅੰਦੋਲਨ ਦੇ ਬਾਰੇ ਬਲਕਿ ਇਸ ਕਿਸਮ ਦਾ ਨਾ ਜਾਵੇ ਵੀ ਉਹਨੇ ਬਲਕਿ ਉਸ ਕਿਸਮ ਦਾ ਬਣਾਉਣੇ, ਬਲਕਿ ਬੈਠਣ ਇਕੱਠੇ ਹੋ ਕੇ ਸੋਚਣ ਵੀ ਭਾਈ ਸਾਡੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਇਸ ਵੇਲੇ ਉਹਦੇ ਤੇ ਹੈ, ਕੱਲ ਨੂੰ ਬੀਜੇਪੀ ਕੇਂਦਰ ਆ, ਬੀਜੇਪੀ ਪੰਜਾਬ ਵਾਲੇ ਵੀ ਸੋਚਣ ਇਸ ਗੱਲ ਤੇ। ਉਹ ਪੰਜਾਬ 'ਚ ਜੰਮੇ ਪਲੇ ਨੇ, ਪੰਜਾਬ ਦੀ ਹਵਾ ਖਾਧੀ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੇ ਕਿਸਾਨਾਂ ਦਾ ਅਨਾਜ, ਸਬਜ਼ੀਆਂ ਤੇ ਫਲ ਖਾਧੇ ਨੇ। ਬੀਜੇਪੀ ਪੰਜਾਬ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ ਤੇ ਬਾਕੀ ਪਾਰਟੀਆਂ ਦੀ ਵੀ। ਪਹਿਲੀ ਗੱਲ ਤਾਂ ਇਹ ਹੈ। ਦੂਜੀ, ਮੁੱਖ ਮੰਤਰੀ ਸਾਹਿਬ ਨੂੰ ਨਿਰਾਸ਼ ਹੋਣ ਦੀ ਕੋਈ ਹੋਰ ਨਹੀਂ। ਮੁੱਖ ਮੰਤਰੀ ਸਾਹਿਬ ਨਿਰਾਸ਼ ਤਾਂ ਹੋਣ ਜੇਕਰ ਪੰਜਾਬ ਦੇ ਕਿਸਾਨਾਂ ਨੇ ਕੋਈ ਆਪਣੇ ਵੱਲੋਂ ਕਸਰ ਛੱਡੀ ਹੋਵੇ। ਤਾਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਨੂੰ, ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਆਪਣਾ ਮਤਲਬ ਕਿ ਐਂ ਕਹਿ ਲਓ ਵੀ ਨੰਗੇ ਧੜ ਹੋ ਕੇ ਉਹ ਲੜ ਰਹੇ ਨੇ। ਉਹਨਾਂ ਨੇ ਦੇਸ਼ ਦੇ ਵਿੱਚ ਹੀ ਨਹੀਂ, ਦੁਨੀਆ ਦੇ ਵਿੱਚ ਇੱਕ ਸੰਘਰਸ਼ ਨੂੰ ਉਚਾਈਆਂ ਤੇ ਪਹੁੰਚਾ ਕੇ ਇੱਕ ਉਦਾਹਰਣ ਪੈਦਾ ਕੀਤੀ। ਅੱਜ ਪੂਰੇ ਕੇਂਦਰ ਦੇ ਜਿਹੜੇ ਲੀਡਰ ਆਏ ਸੀ ਉਹ ਵੀ ਇਸ ਗੱਲ ਨੂੰ ਕਹਿ ਰਹੇ ਸੀ ਕਿ ਪੰਜਾਬ ਦਾ ਸੰਘਰਸ਼ ਹੈ ਜਿਹੜਾ ਆਪਣੇ ਆਪ 'ਚ ਸਾਰੇ ਦੇਸ਼ ਦੇ ਕਿਸਾਨਾਂ ਤੇ ਲੋਕਾਂ ਲਈ ਇੱਕ ਤਰ੍ਹਾਂ ਦੀ ਉਦਾਹਰਣ ਬਣਿਆ ਹੋਇਆ ਹੈ। ਤੀਸਰੀ ਗੱਲ,
ਉਹਨਾਂ ਨੂੰ ਇਹ ਜ਼ਰੂਰ ਠੀਕ ਹੈ। ਦੱਸਣਾ ਚਾਹੁੰਦਾ ਮੈਂ ਕਿ ਕੱਲ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ, ਪ੍ਰੈਸ ਨੋਟ ਦੇ ਵਿੱਚ ਵੀ ਕਲੀਅਰ ਕੀਤਾ ਹੈ ਕਿ ਜਦੋਂ ਹੀ ਗੁੱਡਸ ਟ੍ਰੇਨ ਚੱਲਦੀਆਂ ਨੇ ਅਸੀਂ ਅਗਲੇ ਹੀ ਪਲ ਸਾਰੇ ਫੈਸਲਾ ਕਰ ਦਾਂਗੇ ਪੈਸੇਂਜਰ ਟ੍ਰੇਨ ਚਲਾਈਆਂ ਜਾਣ। ਕੇਂਦਰ ਸਰਕਾਰ ਜਿੱਦੀ ਹੈ, ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਦੇ ਖਿਲਾਫ ਇਹ ਪਾਰਟੀਆਂ ਸਗੋਂ ਆਪਣਾ ਏਕਾ ਬਣਾ ਕੇ ਪੰਜਾਬੀ ਲੋਕ, ਕਿਸਾਨ, ਸਾਰੀਆਂ ਪੋਲੀਟੀਕਲ ਪਾਰਟੀਆਂ ਕੇਂਦਰ ਸਰਕਾਰ ਦੇ ਗਲ ਕਿਉਂ ਨਹੀਂ ਪੈਂਦੀਆਂ ਇਕੱਠੀਆਂ ਹੋ ਕੇ? ਇਹ ਕਿਸਾਨਾਂ ਤੋਂ ਪਰੇਸ਼ਾਨ ਕਿਉਂ ਨੇ? ਕੇਂਦਰ ਸਰਕਾਰ ਦੇ ਗਲ ਪੈਣ ਵੀ ਤੁਸੀਂ ਸਾਡੇ ਇਕਨੋਮੀ ਹੈ ਜਿਹੜੀ ਮੈਂ ਦਰਸ਼ਨਪਾਲ ਜੀ ਛੋਟਾ ਜਿਹਾ ਕਲੈਰੀਫਾਈ ਚਾਹਨਾ ਤੁਹਾਡੇ ਤੋਂ, ਛੋਟੀ ਜਿਹੀ ਮੈਂ ਗੱਲ ਕਲੈਰੀਫਾਈ ਚਾਹਨਾ। ਤੁਸੀਂ ਇਹ ਕਹਿ ਰਹੇ ਹੋ ਕਿ ਜੇ ਸ਼ੁੱਕਰਵਾਰ ਨੂੰ ਮਾਲ ਗੱਡੀਆਂ ਚੱਲ ਪਈਆਂ ਤਾਂ ਫਿਰ ਸ਼ਨੀਵਾਰ ਨੂੰ ਪੈਸੇਂਜਰ ਗੱਡੀਆਂ ਦੀ ਇਜਾਜ਼ਤ ਕਿਸਾਨ ਦੇ ਦੇਣਗੇ? ਪੱਕਾ 100%। ਸਾਡਾ ਕੱਲ ਦਾ ਪ੍ਰੈਸ ਰਿਲੀਜ਼ ਦੇਖ ਲਓ ਤੁਸੀਂ, ਬਹੁਤ ਵੱਡੀ। ਅਸੀਂ ਤੁਰੰਤ ਉਹ ਚ ਲਿਖਿਆ ਵੀ ਤੁਰੰਤ ਅਸੀਂ ਇਹਦੇ ਤੇ ਤੈਅ ਕਰਕੇ ਕਰ ਲਾਂਗੇ। ਇਹ ਕੋਈ ਅਸੀਂ ਕੋਈ ਲੁਕੋ ਕੇ ਨਹੀਂ ਕੀਤੀ, ਕੱਲ ਐਲਾਨ ਕੀਤਾ, ਮੀਡੀਆ 'ਚ ਐਲਾਨ ਕੀਤਾ। ਇਹ ਅਸੀਂ ਉਡੀਕਦੇ ਹਾਂ। ਮੈਂ ਫੇਰ ਕਹਿਣੀ ਚਾਹੁੰਦਾ ਗੌਰਵ ਜੀ ਤੁਹਾਡੇ ਰਾਹੀਂ ਇਹ ਗੱਲ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਆਪਸ ਵਿੱਚ ਕੁੱਤੇ ਉਹ ਨਾ ਕਰਨ, ਇਸ ਕਿਸਮ ਦੀ ਲੜਾਈ ਨਾ ਲੜਨ, ਇਹ ਇਕੱਠੀਆਂ ਹੋ ਕੇ ਸੈਂਟਰ ਨੂੰ ਉਹ ਕਰਨ ਲਈ ਮਜਬੂਰ ਕਰਨ। ਇਹ ਵੀ ਸੈਂਟਰ ਆ ਕੇ ਇਹਦੇ ਸਾਡੇ ਖਿਲਾਫ, ਮਤਲਬ ਕਿ ਪੰਜਾਬ ਦੇ ਖਿਲਾਫ ਜੋ ਕਰ ਰਿਹਾ ਇਹਦੇ ਤੋਂ ਬਾਜ਼ ਆਵੇ ਤੇ ਪੰਜਾਬ ਦੀ ਇਕੱਲੀ ਟ੍ਰੇਨਾਂ ਦੀ ਗੱਲ ਥੋੜਾ, ਪੂਰੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਨ ਵਾਸਤੇ ਤੇ ਪਾਰਟੀਆਂ ਨੂੰ ਮਤਲਬ ਕਿ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ, ਆਪਣਾ ਏਕਾ ਬਣਾ ਕੇ। ਬਿਲਕੁਲ, ਮਤਲਬ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਪਲੇਟਫਾਰਮ ਦੇ ਉੱਤੇ ਇੱਕ ਤਾਂ ਗੱਲ ਕਰਨੀ ਪਏਗੀ। ਸ਼ੁਕਰੀਆ ਸਰ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਿਲਕੁਲ ਪੋਲੀਟੀਕਲ ਪਾਰਟੀਆਂ ਵੀ ਇਕੱਠੀਆਂ ਹੋਣ। ਬਨੀ ਸੰਧੂ ਜੀ, ਆਖਰੀ ਕਮੈਂਟ ਮੈਂ ਤੁਹਾਡੇ ਤੋਂ ਚਾਹੂੰਗਾ। ਦੇਖੋ, ਇਸ ਸਮੇਂ ਕਾਂਗਰਸ ਦੀ ਸਰਕਾਰ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਕੀ ਭੂਮਿਕਾ ਨਿਭਾ ਰਹੇ ਹੋ, ਦੱਸੋ। ਜੋ ਕਿਸਾਨ ਆਗੂ ਵੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਆਪਸ ਦੇ ਵਿੱਚ ਬੈਠ ਕੇ ਇੱਕ ਗੱਲਬਾਤ ਕਰਕੇ ਇੱਕ ਪਲੇਟਫਾਰਮ ਦੇ ਉੱਤੇ ਆਓ ਸਾਰੀਆਂ ਪਾਰਟੀਆਂ ਪੰਜਾਬ ਦੀਆਂ, ਜਿਵੇਂ ਕਿਸਾਨ ਇਕੱਠੇ ਨੇ। ਤਾਂ ਕਾਂਗਰਸ ਇਸ ਸਮੇਂ ਭੂਮਿਕਾ ਨਹੀਂ ਨਿਭਾ ਰਹੀ ਕਿ ਕਾਂਗਰਸ ਆਉਣ ਵਾਲੇ ਦਿਨਾਂ 'ਚ ਉਮੀਦ ਕਰੀਏ ਕਿ ਤੁਸੀਂ ਭੂਮਿਕਾ ਨਿਭਾਓਗੇ? ਹੁਣ ਤਾਂ ਟ੍ਰੇਨਾਂ ਨੂੰ ਲੈ ਕੇ ਬੜਾ ਕਲੀਅਰ ਹੋ ਗਿਆ ਕਿ ਅੱਜ ਟ੍ਰੇਨਾਂ ਚਲਾ ਦੋ ਮਾਲ ਗੱਡੀਆਂ, ਕੱਲ ਤੋਂ ਪੈਸੇਂਜਰ ਗੱਡੀਆਂ, ਪ੍ਰੋਬਲਮ ਕੋਈ ਨਹੀਂ। ਗੱਲ ਇਹ ਹੈ, ਦੇਖੋ ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ ਸੀ ਉਹੀ ਗੱਲ ਦਰਸ਼ਨਪਾਲ ਜੀ ਨੇ ਕੀਤੀ ਹੈਗੀ ਹੈ ਵੀ ਗਵਰਨਮੈਂਟ ਆਫ ਇੰਡੀਆ ਇੱਕ ਜ਼ਿੱਦੀ ਐਟੀਟਿਊਡ ਨਾ ਅਪਣਾਵੇ, ਕਿਸਾਨਾਂ ਦੀ ਗੱਲ ਸਮਝੇ। ਦੂਸਰੀ ਗੱਲ, ਜਿਹੜੀ ਗੱਲ ਸੀਐਮ ਸਾਹਿਬ ਨੇ ਪੂਰਾ ਧਰਨਾ ਲੀਡ ਕੀਤਾ, ਦਿੱਲੀ ਗਏ ਸੀਗੇ ਅਸੀਂ, ਸੀਐਮ ਸਾਹਿਬ ਨੇ ਇੱਕ ਆਲ ਪਾਰਟੀ ਸਾਰਿਆਂ ਨੂੰ ਸੱਦਾ ਦਿੱਤਾ, ਸਾਰਿਆਂ ਨੂੰ ਨਾਲ ਬੁਲਾਇਆ ਸੀਗਾ। ਉਹ ਇੱਕ ਪਹਿਲਾ ਸਟੈਪ ਸੀਗਾ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ, ਇੱਕ ਹੋ ਕੇ ਪੰਜਾਬ ਦੀ ਲੜਾਈ ਲੜੀਏ। ਔਰ ਪੰਜਾਬ ਦੀ ਲੜਾਈ ਲੜਨ ਲਈ ਪਹਿਲਾ ਸਟੈਪ ਸੀਐਮ ਸਾਹਿਬ ਨੇ ਬਹੁਤ ਵਧੀਆ ਚੱਕਿਆ ਸੀਗਾ। ਇਹ ਸ਼ਾਇਦ ਤੁਸੀਂ ਵੀ ਐਗਰੀ ਕਰੋਗੇ, ਲੇਕਿਨ ਉਸ ਸਟੈਪ ਦੇ ਵਿੱਚ ਵੀ ਠੀਕ ਹੈ, ਤੁਸੀਂ ਦੇਖੋ ਨਾ ਅਕਾਲੀ ਦਲ ਪਹੁੰਚਾ, ਨਾ ਆਮ ਆਦਮੀ ਪਾਰਟੀ ਪਹੁੰਚੀ। ਇਹ ਇਹਨਾਂ ਦੀ ਰਾਜਨੀਤੀ ਚ, ਲੇਕਿਨ ਸੀਐਮ ਸਾਹਿਬ ਅੱਜ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ, ਕਿਉਂਕਿ ਇਹ ਪੰਜਾਬ ਦੀ ਪਹਿਲਾ ਲੜਾਈ ਪੰਜਾਬ ਦੀ ਹੈ, ਕਿਸਾਨਾਂ ਦੀ ਲੜਾਈ ਹੈ ਔਰ ਪੰਜਾਬ ਦੀ ਭਲੇ ਦੀ ਲੜਾਈ ਹੈ। ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜਿਹੜੇ ਬੀਜੇਪੀ ਵਾਲੇ ਭਰਾ ਸਾਡੇ ਬੈਠੇ ਸੀਗੇ, ਇਹ ਬਾਰ-ਬਾਰ ਹਰ ਲੈਵਲ ਤੇ ਯੂਜ਼ ਕੀਤਾ ਜਾਂਦਾ ਹੈ ਕਿ ਅਸੀਂ ਕਿਸਾਨਾਂ ਨੂੰ ਸਮਝਾ ਰਹੇ ਹਾਂ, ਸਮਝਾਵਾਂਗੇ। ਮੈਂ ਇਹਨਾਂ ਦੇ ਅੱਗੇ ਬੇਨਤੀ ਕਰਦਾ ਵੀ ਕਿਸਾਨ ਕੋਈ ਬੱਚੇ ਨਹੀਂ ਹੈਗੇ। ਕਿਸਾਨਾਂ ਨੂੰ ਸਮਝਾਉਣ ਦੀ ਬਜਾਏ ਇਹ ਕਿਸਾਨਾਂ ਨੂੰ ਸਮਝਣ, ਇਹ ਕਿਸਾਨਾਂ ਦੀ ਗੱਲ ਆਪ ਸਮਝਣ। ਕਿਸਾਨ ਕੋਈ ਮੂਰਖ ਨਹੀਂ ਹੈਗਾ, ਬਹੁਤ ਸਿਆਣਾ ਹੁੰਦਾ ਕਿਸਾਨ। ਇਹ ਸਮਝਾਉਣ ਦੀ ਬਿਲਕੁਲ ਲਾਜ਼ਮੀ ਤੌਰ ਤੇ ਜੀ। ਔਰ ਜਿਹੜੀ ਆ ਪਹਿਲੀ ਜਿਹੜੀ ਟੇਬਲ ਟਾਕ ਮਿਨਿਸਟਰ ਲੈਵਲ ਤੇ ਹੋਈ ਹੈ। ਸੰਧੂ ਸਾਹਿਬ, ਮੈਂ ਵਿਚਾਲੇ ਰੋਕ ਦਿਆਂ ਤੁਹਾਨੂੰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਸਰ। ਇਸ ਸਮੇਂ ਦੇਖੋ ਪੰਜਾਬ ਉਮੀਦ ਕੀ ਕਰ ਰਿਹਾ, ਕਿਸਾਨ ਆਗੂ ਕੀ ਉਮੀਦ ਕਰ ਰਹੇ ਨੇ ਸਰ? ਤੁਹਾਡੇ ਤੋਂ ਵੀ ਉਮੀਦ ਕਰ ਰਹੇ ਨੇ ਕਿ ਪੰਜਾਬ ਸਰਕਾਰ ਲੀਡ ਕਰੇ, ਇੱਕ ਫਰੰਟ ਬਣਾ ਲਿਆ ਜਾਵੇ, ਘੱਟੋ ਘੱਟ ਇੱਕ ਕਮੇਟੀ ਬਣਾ ਲਈ ਜਾਵੇ ਕਿ ਜਿਹੜੇ ਗੱਲਬਾਤ ਕਰਨਗੇ ਆਪਸ ਦੇ ਵਿੱਚ ਤੇ ਉਸ ਤੋਂ ਬਾਅਦ ਅੱਗੇ ਦੀ ਰੂਪਰੇਖਾ ਤੈਅ ਹੋਏਗੀ। ਹੁਣ ਤੱਕ ਉਹ ਨਹੀਂ ਹੋਇਆ। ਇੱਕ ਪਲੇਟਫਾਰਮ ਦੇ ਉੱਤੇ ਪੰਜਾਬ ਦੀਆਂ ਸਿਆਸੀ ਧਿਰਾਂ ਨਹੀਂ ਨਜ਼ਰ ਆਈਆਂ। ਬੀਜੇਪੀ ਨੂੰ ਅਸੀਂ ਛੱਡ ਵੀ ਲਈਏ ਤਾਂ ਬਾਕੀ ਧਿਰਾਂ ਇਕੱਠੀਆਂ ਨਜ਼ਰ ਨਹੀਂ ਆਈਆਂ। ਸੁਖਪਾਲ ਖਹਿਰਾ ਜਾਂ ਫਿਰ ਢੀਂਡਸਾ ਧੜਾ ਜ਼ਰੂਰ ਤੁਹਾਡੇ ਨਾਲ ਦਿੱਲੀ ਪਹੁੰਚ ਗਿਆ ਸੀ। ਸ਼ੁਕਰੀਆ ਸਰੀਨ ਸਾਹਿਬ ਤੁਹਾਡਾ ਵੀ, ਗਰੇਵਾਲ ਸਾਹਿਬ ਤੁਹਾਡਾ ਵੀ, ਤੇ ਦਰਸ਼ਨਪਾਲ ਜੀ ਤੁਹਾਡਾ ਵੀ, ਸੰਧੂ ਸਾਹਿਬ ਤੁਹਾਡਾ ਵੀ ਧੰਨਵਾਦ। ਅਸੀਂ ਇਸ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੀ ਅੱਗੇ ਦੀ ਰੂਪਰੇਖਾ ਕੀ ਹੈ। ਕਿਸਾਨ ਬਹੁਤ ਸਪਸ਼ਟ ਨੇ, ਮੰਗਾਂ ਮੰਨ ਲਓ, ਕੋਈ ਦਿੱਕਤ ਨਹੀਂ, ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਏਗਾ। ਟ੍ਰੇਨਾਂ ਨੂੰ ਲੈ ਕੇ ਬਹੁਤ ਸਪਸ਼ਟ ਵੱਡੀ ਖਬਰ ਹੈ ਇਸ ਸਮੇਂ ਦੀ। ਸ਼ਾਇਦ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਬਹੁਤ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਕਿ ਤੁਸੀਂ ਇੱਕ ਵਾਰੀ ਮਾਲ ਗੱਡੀਆਂ ਚਲਾ ਦਿਓ, ਉਸ ਤੋਂ ਫੌਰੀ ਤੌਰ ਤੇ ਅਸੀਂ ਪੈਸੇਂਜਰ ਗੱਡੀਆਂ ਨੂੰ ਚਲਾਉਣ ਵਾਲਾ ਵੀ ਫੈਸਲਾ ਕਰ ਲਵਾਂਗੇ। ਉਸ ਨੂੰ ਲੈ ਕੇ ਵੀ ਅਸੀਂ ਆਪਣੇ ਧਰਨੇ ਚੁੱਕ ਦੇਵਾਂਗੇ। ਮਤਲਬ ਸਾਫ਼ ਹੈ
ਕਿ ਪਹਿਲਾਂ ਤੁਸੀਂ ਮਾਲ ਗੱਡੀਆਂ ਨਾਲ ਸ਼ੁਰੂਆਤ ਕਰੋ, ਅਗਲੇ ਕੁਝ ਘੰਟਿਆਂ ਦੇ ਵਿੱਚ ਪੈਸੇਂਜਰ ਗੱਡੀਆਂ ਵੀ ਚੱਲਦੀਆਂ ਪੰਜਾਬ 'ਚ ਨਜ਼ਰ ਆਉਣਗੀਆਂ। ਕਿਸਾਨ ਜਥੇਬੰਦੀਆਂ ਖੁਦ ਕਹਿ ਰਹੀਆਂ ਨੇ ਸਰੀਨ ਸਾਹਿਬ ਪਹੁੰਚਾਓ, ਤੁਸੀਂ ਪੰਜਾਬ ਦੇ ਲੀਡਰ ਹੋ, ਤੁਸੀਂ ਪਹੁੰਚਾਓ ਦਿੱਲੀ ਤੱਕ ਇਹ ਆਵਾਜ਼ ਕਿ ਬਿਲਕੁਲ ਟਰੈਕ ਖਾਲੀ ਨੇ ਜੀ, ਭੇਜੋ ਗੱਡੀਆਂ, ਪਹਿਲਾਂ ਮਾਲ ਗੱਡੀਆਂ, ਪਿੱਛੇ ਪਿੱਛੇ ਪੈਸੇਂਜਰ ਗੱਡੀਆਂ। ਕਿਸਾਨ ਬਿਲਕੁਲ ਤਿਆਰ ਬੈਠੇ ਨੇ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਚਿੰਤਾ ਹੈ ਪੰਜਾਬ ਦੇ ਲੋਕਾਂ ਦੀ, ਇੱਥੋਂ ਦੇ ਆਰਥਿਕ ਹਾਲਾਤਾਂ ਦੀ, ਇੱਥੋਂ ਦੀ ਇੰਡਸਟਰੀ ਦੀ, ਇੱਥੋਂ ਦੀ ਲੇਬਰ ਦੀ। ਉਮੀਦ ਕਰਾਂਗੇ ਕਿ ਸਰਕਾਰਾਂ ਸਮਝਣਗੀਆਂ 26 ਤਰੀਕ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਕੋਈ ਹੱਲ ਨਿਕਲੇਗਾ। ਮੈਂ ਇੱਥੇ ਇੱਕ ਨਿੱਕਾ ਜਿਹਾ ਬ੍ਰੇਕ ਲੈ ਰਿਹਾ, ਫੌਰਨ ਹਾਜ਼ਰ ਹੋਵਾਂਗੇ, ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੁਣ ਵਾਰੀ ਹੈ ਸਾਡੀ ਦਰਸ਼ਕਾਂ ਦੀ ਰਾਏ ਤੁਹਾਡੇ ਨਾਲ ਸਾਂਝੀ ਕਰਨ ਦੀ। ਸਾਡਾ ਅੱਜ ਦਾ ਸਵਾਲ ਪਹਿਲਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਅਸੀਂ ਅੱਜ ਸਵਾਲ ਪੁੱਛਿਆ ਆਪਣੇ ਦਰਸ਼ਕਾਂ ਨੂੰ, ਸਵਾਲ ਅਸੀਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਪੁੱਛਿਆ ਸੀ ਕਿ ਦਿੱਲੀ ਦਾ ਘਿਰਾਓ ਕਰਨ ਤੇ ਕਿ ਕੇਂਦਰ ਕਾਨੂੰਨ ਵਾਪਸ ਲੈਣ ਨੂੰ ਮਜਬੂਰ ਹੋਵੇਗਾ, ਕਿ ਵਾਕਈ ਅਜਿਹੀ ਸਥਿਤੀ ਬਣ ਜਾਏਗੀ ਜੇਕਰ ਦਿੱਲੀ ਨੂੰ ਘੇਰਨ ਦੇ ਵਿੱਚ ਕਾਮਯਾਬ ਰਹੇ ਕਿਸਾਨ, ਕਿ ਅਜਿਹੀ ਸਥਿਤੀ ਬਣ ਜਾਏਗੀ ਕਿ ਕੇਂਦਰ ਦੀ ਸਰਕਾਰ ਕਾਨੂੰਨ ਵਾਪਸ ਲੈ ਲਵੇ। ਤਾਂ ਇਸ ਦੇ ਉੱਤੇ ਭਰਪੂਰ ਹੁੰਗਾਰਾ ਤੁਹਾਡਾ ਸਾਨੂੰ ਮਿਲਿਆ, ਸਾਡੇ ਤੱਕ ਪਹੁੰਚੇ ਨੇ ਬਹੁਤ ਸਾਰੇ SMS ਤੇ ਸਾਡੇ ਦਰਸ਼ਕਾਂ ਦੀ ਰਾਏ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਮਿਲੀ ਜੁਈ ਰਾਏ ਤੁਸੀਂ ਇਸ ਨੂੰ ਕਹਿ ਸਕਦੇ ਹੋ ਜੋ ਸਾਡੇ ਦਰਸ਼ਕਾਂ ਦੀ ਸਾਡੇ ਤੱਕ ਪਹੁੰਚੀ ਹੈ, ਕਿਉਂਕਿ ਕਰੀਬ 50% ਸਾਡੇ ਦਰਸ਼ਕਾਂ ਨੂੰ ਲੱਗਦਾ ਕਿ ਹਾਂ ਕੇਂਦਰ ਤੇ ਪ੍ਰੈਸ਼ਰ ਬਣੇਗਾ ਤੇ ਕਾਨੂੰਨ ਵਾਪਸ ਹੋਣਗੇ, ਜਦਕਿ 50% ਨੂੰ ਅਜਿਹਾ ਨਹੀਂ ਲੱਗਦਾ। ਇਹ ਮਿਲੀ ਜੁਲੀ ਪ੍ਰਤੀਕਿਰਿਆ ਹੈ, ਪਰ ਦੇਖਣਾ ਹੋਵੇਗਾ ਕਿ ਜਦੋਂ ਪ੍ਰਦਰਸ਼ਨ ਹੁੰਦੇ ਨੇ ਜਾਂ ਜੇਕਰ ਕਿਸਾਨ ਉੱਥੇ ਜਾਂਦੇ ਨੇ ਉਸ ਤੋਂ ਬਾਅਦ ਦੇ ਕੀ ਹਾਲਾਤ ਬਣਦੇ ਨੇ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ, ਧੰਨਵਾਦ।